ਹੈਲੋ ਫਰੈਂਡਸ, ਵੈਲਕਮ ਬੈਕ ਆਵਰ YouTube ਚੈਨਲ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੀ ਅੱਜ ਦੇ ਕਲਾਸਿਸ ਸੈਸ਼ਨ ਦੇ ਵਿੱਚ। ਅੱਜ ਦਾ ਪੇਪਰ ਸਾਡੇ ਵਾਸਤੇ ਕਾਫੀ ਇੰਪੋਰਟੈਂਟ ਹੈ। ਇੰਪੋਰਟੈਂਟ ਇਸ ਕਰਕੇ ਵੀ ਹੈ, ਚਲੋ ਆਪਾਂ ਇੰਪੋਰਟੈਂਟ ਪੇਪਰ ਹੀ ਕਰ ਰਹੇ ਸਾਰੇ ਵੈਸੇ ਤਾਂ। ਇੰਪੋਰਟੈਂਟ ਇਸ ਕਰਕੇ ਹੈ ਕਿਉਂਕਿ SS ਮਾਸਟਰ ਮਿਸਟਰਸ ਦੀ ਜਿਹੜੀ ਪਹਿਲੀ ਭਰਤੀ ਹੋਈ ਸੀ 60 ਦੀ, ਉਹਦੇ ਵਿੱਚ ਪਹਿਲੀ ਵਾਰੀ ਐਜੂਕੇਸ਼ਨ ਡਿਪਾਰਟਮੈਂਟ ਨੇ ਪੇਪਰ ਲਿਆ ਸੀਗਾ ਮਾਸਟਰ ਕੇਡਰ ਦੀ ਭਰਤੀ ਵਾਸਤੇ। ਤਾਂ ਉਹ ਪੇਪਰ ਹੈ ਸਾਡਾ ਇਹ। ਤਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਅੱਜ ਪੋਲੀਟੀਕਲ ਸਾਇੰਸ ਦਾ ਜਿਹੜਾ 75 ਨੰਬਰ ਦਾ ਪੋਰਸ਼ਨ ਹੈਗਾ ਉਹਨੂੰ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦੇਖਦੇ ਹਾਂ ਕਿਸ ਲੈਵਲ ਦੇ ਕੁਐਸਚਨ ਇਸ ਤੋਂ ਬਾਅਦ ਵਾਲੇ ਪੇਪਰਾਂ ਦੇ ਪੁੱਛੇ ਗਏ ਨੇ। ਤਾਂ ਤੁਸੀਂ, ਮੈਂ ਜਦੋਂ ਪੇਪਰ ਦਾ ਐਨਾਲਾਈਜ਼ ਕਰ ਰਿਹਾ ਸੀ ਤਾਂ ਮੈਂ ਦੇਖਿਆ ਸੀਗਾ, ਕਿਉਂਕਿ ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਕਹਿ ਚੁੱਕਿਆ ਹੈਗਾ ਵੀ ਜਿਹੜੀ ਨਵੀਂ ਭਰਤੀ ਆਉਂਦੀ ਹੈ ਤਾਂ ਉਹਨੂੰ ਪਿਛਲੇ ਪੇਪਰ ਨੂੰ ਆਧਾਰ ਬਣਾ ਕੇ ਕੁਐਸਚਨ ਪੁੱਛੇ ਜਾਂਦੇ ਨੇਗੇ। ਤਾਂ ਜੇ ਤੁਸੀਂ ਮਿਲਾ ਕੇ ਦੇਖਿਓ, ਜਿੰਨੇ ਵੀ ਹੁਣ ਤੱਕ ਆਪਾਂ ਪੇਪਰ ਕਰ ਚੁੱਕੇ ਹਾਂ, ਤਾਂ ਤੁਸੀਂ ਸਾਰੇ ਪੇਪਰਾਂ ਨੂੰ ਮਿਲਾ ਕੇ ਦੇਖਿਓ ਵੀ ਕਿੰਨੇ ਕੁਐਸਚਨ ਪੁਰਾਣੇ ਪੇਪਰਾਂ 'ਚੋਂ ਆਏ ਹੋਏ ਨੇਗੇ। ਲੈਕਚਰ ਦਾ ਇੱਕ ਪੇਪਰ ਆਪਣਾ ਪੋਲੀਟੀਕਲ ਸਾਇੰਸ ਦਾ ਰਹਿ ਗਿਆ, ਤਾਂ ਮੈਂ ਨੈਕਸਟ ਕਲਾਸ 'ਚ ਤੁਹਾਨੂੰ ਕਰਵਾਊਂਗਾ ਉਹ। ਫਸਟ ਕੁਐਸਚਨ ਦੇਖਦੇ ਹਾਂ ਆਪਾਂ, ਭਾਰਤ ਵਿੱਚ ਸਰਕਾਰ ਦਾ ਰੂਪ ਕੀ ਹੈ? ਭਾਰਤ 'ਚ ਸਰਕਾਰ ਸੰਘੀ ਹੈ, ਸੰਸਦੀ ਸਰਕਾਰ ਹੈ, ਜਾਂ ਸੰਘਾਤਮਕ ਸਰਕਾਰ ਹੈ, ਜਾਂ ਫਿਰ ਤਾਨਾਸ਼ਾਹੀ ਸਰਕਾਰ ਹੈ। ਤਾਂ ਹੁਣ ਦੇਖੋ, ਜੇ ਅਸੀਂ ਇੰਗਲਿਸ਼ ਦਾ ਵਰਜ਼ਨ ਦੇਖ ਲਈਏ ਇੱਥੇ ਤਾਂ ਫੈਡਰਲ ਬਣਦਾ ਇੱਥੇ। ਹੁਣ ਸੰਘ ਵੀ ਦੋ ਪ੍ਰਕਾਰ ਦਾ ਹੁੰਦਾ ਹੈ। ਇੰਡੀਆ ਇੱਕ ਸੰਘ ਹੈ। ਇੰਡੀਆ ਜੇ ਅਸੀਂ ਇੰਗਲਿਸ਼ 'ਚ ਕਨਵਰਟ ਕਰ ਦਈਏ ਸ਼ਬਦ ਨੂੰ ਤਾਂ ਉਹ ਯੂਨੀਅਨ ਬਣ ਜਾਂਦਾ ਹੈ। ਤੇ ਯੂਨੀਅਨ ਦੇ ਵਿੱਚ ਕੀ ਹੁੰਦਾ ਹੈ ਵੀ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ। ਫੈਡਰਲ 'ਚ ਸ਼ਕਤੀਆਂ ਦੀ ਵੰਡ ਕੀਤੀ ਹੈ, ਪਰ ਫੈਡਰਲ ਦੇ ਵਿੱਚ ਐਕਚੁਅਲ 'ਚ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੁੰਦੀ ਹੈ। ਇਹ ਅਸੀਂ ਭਾਗ ਨੰਬਰ ਜਿਹੜਾ ਸਾਡੇ ਸੰਵਿਧਾਨ ਦਾ ਭਾਗ ਨੰਬਰ 1 ਤੇ ਆਰਟੀਕਲ ਨੰਬਰ 1 ਤੋਂ ਲੈ ਕੇ 4 ਉਹਦੇ ਵਿੱਚ ਗੱਲ ਕਰਦੇ ਹੁੰਦੇ ਹਾਂ। ਤਾਂ ਸਰਕਾਰ ਦਾ ਰੂਪ ਇਹਨੇ ਪੁੱਛਿਆ ਹੈਗਾ, ਤਾਂ ਸੰਘੀ ਦੇਖੋ ਹੈ ਨਹੀਂ ਅਸੀਂ, ਮਤਲਬ ਫੈਡਰਲ ਤਾਂ ਅਸੀਂ ਹੈ ਨਹੀਂਗੇ, ਠੀਕ ਹੈ ਨਾ, ਅਸੀਂ ਸੰਘ ਸਮਾਜਿਕ ਹੈ, ਤਾਨਾਸ਼ਾਹੀ ਵੀ ਹੈ ਨਹੀਂ ਅਸੀਂ। ਇਹਦਾ ਮਤਲਬ ਅਸੀਂ ਪਾਰਲੀਮੈਂਟਰੀ ਸਿਸਟਮ, ਸਾਡੇ ਪਾਰਲੀਮੈਂਟਰੀ ਸਰਕਾਰ ਜਿਹੜੀ ਸਾਡੇ ਸੰਸਦੀ ਪ੍ਰਣਾਲੀ ਦੀ ਸਰਕਾਰ ਜਿਹੜੀ ਸਾਡੇ ਅਡੋਪਟ ਕੀਤੀ ਜਾਂਦੀ ਹੈ। ਤੇ ਅਸੀਂ ਕੰਸੈਪਟ ਕਿਹੜੇ ਦੇਸ਼ ਤੋਂ ਉਧਾਰ ਲਿਆ ਸੀਗਾ? ਇਹ ਅਸੀਂ ਲਿਆ ਸੀ ਇੰਗਲੈਂਡ ਤੋਂ ਉਧਾਰ। ਨੰਬਰ 2 ਕੁਐਸਚਨ ਦੇਖ ਲੈਂਦੇ ਹਾਂ। ਭਾਰਤ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਅਤੇ ਸੰਗਠਨ ਦੇ ਨਾਲ ਕਿਹੜਾ ਆਰਟੀਕਲ ਸੰਬੰਧਿਤ ਹੈ? ਜਿਹੜੇ ਮੈਂ ਪੁਰਾਣੇ ਕੁਐਸਚਨ ਤੁਹਾਨੂੰ ਕਰਵਾ ਚੁੱਕੇ ਹਾਂ, ਉਹਦੇ ਵਿੱਚ ਵੀ ਇਹ ਕੁਐਸਚਨ ਆਇਆ ਹੋਏਗਾ। ਤੇ ਇਹਦਾ ਆਊਗਾ ਜੀ ਆਰਟੀਕਲ ਨੰਬਰ 124। 124 ਨੰਬਰ ਆਰਟੀਕਲ ਜਿਹੜਾ ਹੈਗਾ ਇਹ ਸਾਡੀ ਸੁਪਰੀਮ ਕੋਰਟ ਦੇ ਨਾਲ ਰਿਲੇਟਡ ਹੈਗਾ। 3 ਨੰਬਰ ਕੁਐਸਚਨ ਦੇਖ ਲੈਂਦੇ, ਦੁਬਾਰਾ ਫਿਰ ਸੁਪਰੀਮ ਕੋਰਟ ਦਾ ਬਣਿਆ ਹੋਇਆ ਕੁਐਸਚਨ ਹੈ। ਭਾਰਤੀ ਸਰਵਉੱਚ ਅਦਾਲਤ ਕਿੱਥੇ ਸਥਿਤ ਹੈ? ਸੁਪਰੀਮ ਕੋਰਟ ਸਾਡੀ ਜਿਹੜੀ ਕਿੱਥੇ ਸਥਿਤ ਹੈ? ਤੇ ਸਾਡੀ ਸਥਿਤੀ ਤੁਹਾਨੂੰ ਪਤਾ ਇਹ ਨਵੀਂ ਦਿੱਲੀ ਦੇ ਵਿੱਚ ਹੈ। ਕਿ ਸਾਡੀ ਸੁਪਰੀਮ ਕੋਰਟ ਦਾ ਸਥਾਨ ਬਦਲਿਆ ਜਾ ਸਕਦਾ ਹੈ? ਹਾਂ, ਸਾਡੀ ਸੁਪਰੀਮ ਕੋਰਟ ਦਾ ਸਥਾਨ ਬਦਲਿਆ ਜਾ ਸਕਦਾ ਹੈ, ਰਾਸ਼ਟਰਪਤੀ ਦੀ ਪਰਮਿਸ਼ਨ ਦੇ ਨਾਲ ਬਦਲਿਆ ਜਾ ਸਕਦਾ ਹੈ। ਸਾਡੀ ਸੁਪਰੀਮ ਕੋਰਟ ਨੇ ਅੱਜ ਤੱਕ ਦਿੱਲੀ ਤੋਂ ਬਾਹਰ ਸੁਣਵਾਈ ਜਿਹੜੀ ਕੀਤੀ ਉਹ 2 ਵਾਰ ਕੀਤੀ। ਇੱਕ ਸ਼੍ਰੀਨਗਰ 'ਚ ਕੀਤੀ ਸੀ, ਇੱਕ ਵਾਰੀ ਹੈਦਰਾਬਾਦ ਦੇ ਵਿੱਚ ਕੀਤੀ ਸੀਗੀ, ਠੀਕ ਹੈ। ਤਾਂ ਇਹ ਰਾਸ਼ਟਰਪਤੀ ਦੀ ਪਰਮਿਸ਼ਨ ਦੇ ਨਾਲ ਆਪਣਾ ਸਥਾਨ ਜਿਹੜਾ ਬਦਲ ਸਕਦੀ ਹੈ, ਪਰ ਜਿਹੜਾ ਮੂਲ ਸਥਾਨ ਇਹਦਾ ਉਹ ਦਿੱਲੀ ਦੇ ਵਿੱਚ ਹੀ ਹੈ। 4th ਨੰਬਰ ਕੁਐਸਚਨ, ਇਹ ਵੀ ਸੁਪਰੀਮ ਕੋਰਟ ਦੇ ਨਾਲ ਰਿਲੇਟਡ ਹੈ। ਭਾਰਤ ਦੀ ਸਰਵਉੱਚ ਅਦਾਲਤ ਦਾ ਚੀਫ ਜਸਟਿਸ ਇਹਨਾਂ ਵਿੱਚੋਂ ਕੋਈ ਕਿਹੜਾ ਨਹੀਂ ਸੀ? ਤਾਂ ਦੇਖੋ ਹੁਣ ਸਾਡਾ ਇਸ ਟਾਈਮ ਜੇ ਆਪਾਂ ਹੁਣ ਅੱਜ ਦੀ ਕਲਾਸ ਦੀ ਗੱਲ ਕਰਦੇ ਹਾਂ ਤਾਂ 48 ਜਿਹੜੇ ਨੇ ਸਾਡੇ ਸੁਪਰੀਮ ਕੋਰਟ ਦੇ ਹੁਣ ਤੱਕ ਦੇ ਜੱਜ ਹੋ ਚੁੱਕੇ ਨੇ। ਜਿਹੜਾ ਨਵੇਂ ਜੱਜ ਨੇ ਸਾਡੇ 48 NV ਰਮਨਾ ਨੇ। ਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਜਿਹੜੇ ਖਾਸ ਕਰਕੇ ਇੰਪੋਰਟੈਂਟ ਨੇ, ਸਾਨੂੰ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਜ਼ਰੂਰ। ਤਾਂ ਫਸਟ ਨੇ AN ਰਾਏ, ਤਾਂ ਇਹ ਵੀ ਰਹੇ ਨੇ ਸਾਡੇ। PN ਭਗਤੀ, ਜਿਹਨਾਂ ਨੂੰ PIL ਦਾ ਜਨਮਦਾਤਾ ਮੰਨਿਆ ਜਾਂਦਾ ਹੈ। MH ਬੇਗ ਵੀ ਸਾਡੇ ਸੁਪਰੀਮ ਕੋਰਟ ਦੇ ਜੱਜ ਰਹੇ ਨੇਗੇ। ਤਾਂ MC ਸਟੇਲਵੋਗ। ਹੁਣ ਤੁਸੀਂ ਕਹੋਗੇ ਜੀ ਅਸੀਂ 48 ਯਾਦ ਕਿਵੇਂ ਕਰੀਏ? ਤਾਂ ਦੇਖੋ ਸਾਡੀਆਂ ਘੱਟੋ ਘੱਟ ਸੰਵਿਧਾਨ ਦੇ ਵਿੱਚ ਜਿਹੜੀਆਂ ਕੰਸਟੀਟਿਊਸ਼ਨਲ ਬੋਡੀਜ਼ ਨੇਗੀਆਂ, ਸਾਨੂੰ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਹੁਣ ਜਿਵੇਂ ਇੱਕ ਅਟਾਰਨੀ ਜਨਰਲ ਹੈ, ਤਾਂ ਅਟਾਰਨੀ ਜਨਰਲ ਕੌਣ ਹੁੰਦਾ ਹੈ, ਹਨਾ? ਜੇ ਤੁਸੀਂ ਸਾਰਾ ਨਹੀਂ ਯਾਦ ਰੱਖ ਸਕਦੇ ਤਾਂ ਘੱਟੋ ਘੱਟ ਤੁਸੀਂ ਪਹਿਲੀਆਂ ਚੀਜ਼ਾਂ, ਮਤਲਬ ਪਹਿਲਾ ਕੌਣ ਸੀ ਜਾਂ ਇੰਪੋਰਟੈਂਟ ਕੌਣ ਸੀ, ਜਾਂ ਕੋਈ ਲੇਡੀਜ਼ ਹੈਗੀ ਉਹ ਇੰਪੋਰਟੈਂਟ ਕੌਣ ਸੀਗੀ, ਨਾ? ਤਾਂ ਇਹਨਾਂ ਬਾਰੇ ਘੱਟੋ ਘੱਟ ਤੁਹਾਨੂੰ ਪਤਾ ਹੋਵੇ। ਵਰਤਮਾਨ 'ਚ ਕੌਣ ਹੈ, ਤਾਂ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ। ਜਿਵੇਂ ਹੁਣ ਇੱਕ ਅਟਾਰਨੀ ਜਨਰਲ ਹੈ, ਤਾਂ ਅਟਾਰਨੀ ਜਨਰਲ ਦਾ ਜਿਹੜਾ ਵਰਣਨ ਕੀਤਾ ਗਿਆ ਸਾਡੇ ਸੰਵਿਧਾਨ ਦੇ ਆਰਟੀਕਲ ਨੰਬਰ 76 'ਚ ਕੀਤਾ ਜਾਂਦਾ ਹੈ। ਹੁਣ ਸਾਨੂੰ ਅਟਾਰਨੀ ਜਨਰਲ ਬਾਰੇ ਘੱਟੋ ਘੱਟ ਪਤਾ ਹੋਣਾ ਚਾਹੀਦਾ ਹੈ। ਜੇ ਤੁਹਾਨੂੰ ਅਟਾਰਨੀ ਜਨਰਲ ਬਾਰੇ ਪਤਾ ਹੈ ਤਾਂ ਤੁਹਾਨੂੰ ਇਹ ਵੀ ਪਤਾ ਹੋਊਗਾ ਵੀ ਪਹਿਲਾ ਅਟਾਰਨੀ ਜਨਰਲ ਕੌਣ ਸੀਗਾ। ਤਾਂ ਪਹਿਲਾ ਅਟਾਰਨੀ ਜਨਰਲ ਸੀ MC ਸਟੇਲਵੋਗ ਜਾਂ MC ਸ਼ੀਤਲਵਾੜ। ਇਹਨੂੰ ਸ਼ੀਤਲਵਾੜ ਬੋਲਦੇ ਹਾਂ ਅਸੀਂ ਵੈਸੇ, ਤੇ ਸਟੇਲਵੋਗ ਲਿਖਿਆ ਹੈਗਾ ਨਾ। ਤਾਂ MC ਸ਼ੀਤਲਵਾੜ। ਤਾਂ ਹੁਣ ਤੁਹਾਨੂੰ ਪਤਾ ਵੀ ਜਿਹੜੇ MC ਸ਼ੀਤਲਵਾੜ ਸੀਗੇ ਉਹ ਕੀ ਸੀਗੇ? ਉਹ ਸਾਡੇ ਅਟਾਰਨੀ ਜਨਰਲ ਸੀਗੇ, ਠੀਕ ਹੈ। ਤਾਂ ਹੁਣ ਜੇ ਸਾਨੂੰ ਮੰਨ ਲਓ ਚੀਫ ਜਸਟਿਸ ਬਾਰੇ ਵੀ ਨਹੀਂ ਪਤਾ ਹੈਗਾ, ਪਰ MC ਸਟੇਲਵੋਗ ਜਿਹੜਾ ਹੋਇਆ ਹੈਗਾ ਜਾਂ ਸ਼ੀਤਲਵਾੜ ਜਿਹੜਾ ਹੋਇਆ ਹੈਗਾ ਉਹ ਪਹਿਲਾ ਸੀਗਾ, ਇਸ ਕਰਕੇ ਸਾਨੂੰ ਪਤਾ ਹੈ ਵੀ ਸਾਡਾ ਇਹ ਅਟਾਰਨੀ ਜਨਰਲ ਸੀ, ਤਾਂ ਚੀਫ ਜਸਟਿਸ ਇਹ ਨਹੀਂ ਹੋ ਸਕਦਾ। ਇਸ ਆਧਾਰ 'ਤੇ ਵੀ ਅਸੀਂ ਕੁਐਸਚਨ ਨੂੰ ਹੱਲ ਕਰ ਸਕਦੇ ਹਾਂ। ਬਾਕੀ ਸਾਨੂੰ ਸਾਰਾ ਪਤਾ ਹੋਣਾ ਚਾਹੀਦਾ ਇਹਦੇ ਬਾਰੇ, ਫਿਰ ਅਸੀਂ ਕੁਐਸਚਨ ਨੂੰ ਚੰਗੀ ਤਰ੍ਹਾਂ ਫਿਰ ਹੱਲ ਕਰ ਸਕਦੇ ਹਾਂ। 5th ਨੰਬਰ ਕੁਐਸਚਨ, ਪੰਜਾਬ ਵਿੱਚ ਵਿਧਾਨ ਕੌਂਸਲ ਇਸ ਤੋਂ ਬਾਅਦ ਖਤਮ ਹੋ ਗਈ ਸੀ। ਮਤਲਬ ਜਿਹੜੀ ਸਾਡੀ ਲੈਜਿਸਲੇਟਿਵ ਜਿਹੜੀ ਕੌਂਸਲ ਹੈਗੀ ਸਾਡੀ, ਉਹ ਇਸ ਤੋਂ ਬਾਅਦ ਖਤਮ ਹੋ ਗਈ ਸੀਗੀ। ਤਾਂ ਤੁਹਾਨੂੰ ਪਤਾ ਹੈ ਵੀ ਸਾਡੇ ਸੰਵਿਧਾਨ ਦਾ ਆਰਟੀਕਲ ਨੰਬਰ 169 ਹੈਗਾ। 169 ਦੇ ਤਹਿਤ ਸੰਸਦ ਜਿਹੜੀ ਹੈ ਇਹ ਕਿਸੇ ਵੀ ਰਾਜ ਦੇ ਵਿੱਚ
ਜਿਹੜੀ ਹੈ ਉਹ ਵਿਧਾਨ ਪ੍ਰੀਸ਼ਦ ਨੂੰ ਐਸਟੈਬਲਿਸ਼ ਕਰ ਸਕਦੀ ਹੈ ਜਾਂ ਉਹਨੂੰ ਖਤਮ ਕਰ ਸਕਦੀ ਹੈਗੀ। ਤਾਂ ਪੰਜਾਬ 'ਚ ਪਹਿਲਾਂ ਹੈਗੀ ਸੀ 1969 ਤੋਂ ਪਹਿਲਾਂ ਹੈਗੀ ਸੀਗੀ, ਤਾਂ 1969 ਦੇ ਵਿੱਚ ਜਿਹੜਾ ਇੱਕ ਐਕਟ ਆਏਗਾ ਉਹਦੇ ਤਹਿਤ ਇਹਨੂੰ ਖਤਮ ਕਰ ਦਿੱਤਾ ਗਿਆ ਸੀਗਾ। ਤਾਂ ਕਦੋਂ ਹੋਈ ਸੀ ਖਤਮ ਇਹ ਪ੍ਰੋਪਰਲੀ ਦੇਖੋ, ਐਕਟ ਸੀਗਾ 1969 ਦੇ ਵਿੱਚ ਆਇਆ ਸੀਗਾ, ਪਰ ਇਹਨੂੰ ਪਰਮਾਨੈਂਟ ਖਤਮ ਕੀਤਾ ਗਿਆ ਸੀ। ਐਸਟੈਬਲਿਸ਼ਮੈਂਟ ਜਿਹੜੀ ਹੋ ਗਈ ਸੀ ਪੂਰੀ ਤਰ੍ਹਾਂ ਇੰਪਲੀਮੈਂਟ ਜਿਹੜਾ ਹੋਇਆ ਸੀ ਉਹ ਹੋਇਆ ਸੀਗਾ 7 ਜਨਵਰੀ 1970 ਨੂੰ। ਤਾਂ 1 ਜਨਵਰੀ 1970 ਤੋਂ ਬਾਅਦ ਪੰਜਾਬ ਦੇ ਵਿੱਚੋਂ ਜਿਹੜੀ ਸੀ ਉਹ ਵਿਧਾਨ ਪ੍ਰੀਸ਼ਦ ਨੂੰ ਖਤਮ ਕਰ ਦਿੱਤਾ ਗਿਆ ਸੀ। ਹੁਣ ਕਿੰਨੇ ਰਾਜਾਂ ਦੇ ਵਿੱਚ ਹੈ? ਤਾਂ ਹੁਣ 6 ਰਾਜਾਂ ਦੇ ਵਿੱਚ ਹੈ, ਠੀਕ ਹੈ। ਵਿਧਾਨ ਪ੍ਰੀਸ਼ਦ ਜਿਹੜੀ ਸਾਡੇ ਪਹਿਲਾਂ 7 ਰਾਜਾਂ ਦੇ ਵਿੱਚ ਸੀਗੀ, ਤਾਂ ਜੰਮੂ ਐਂਡ ਕਸ਼ਮੀਰ ਦਾ ਜਦੋਂ ਪੁਨਰਗਠਨ ਕੀਤਾ ਗਿਆ ਤਾਂ 2019 ਤੋਂ ਬਾਅਦ ਜੰਮੂ ਐਂਡ ਕਸ਼ਮੀਰ ਸਟੇਟ ਦਾ ਪੁਨਰਗਠਨ ਕਰਨ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਸਟੇਟ ਦੇ ਵਿੱਚ ਵੀ ਵਿਧਾਨ ਪ੍ਰੀਸ਼ਦ ਨੂੰ ਕੀ ਕੀਤਾ ਗਿਆ, ਖਤਮ ਕਰ ਦਿੱਤਾ ਗਿਆ। ਹੁਣ ਕਿਹੜੇ ਰਾਜਾਂ ਦੇ ਵਿੱਚ ਹੈ ਇਹ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈਗਾ। 6 ਰਾਜਾਂ ਦੇ ਵਿੱਚ ਹੈ ਤਾਂ ਕਿਹੜੇ ਰਾਜਾਂ ਦੇ ਵਿੱਚ ਹੈ। 5th ਨੰਬਰ ਕੁਐਸਚਨ ਵੈਰੀ ਸਿੰਪਲ ਹੈ, 6th ਨੰਬਰ ਕੁਐਸਚਨ, ਪੰਜਾਬ ਵਿਧਾਨ ਸਭਾ ਵਿੱਚ ਸੀਟਾਂ ਦੀ ਗਿਣਤੀ ਕੁੱਲ ਕਿੰਨੀ ਹੈ? ਤਾਂ 117, 120, 119 ਜਾਂ ਫਿਰ 127 ਹੈ। ਤਾਂ ਇਹਦਾ ਆਨਸਰ ਆਊਗਾ ਜੀ 117 ਗਿਣਤੀ ਹੈ। ਸਿੰਪਲ ਕੁਐਸਚਨ ਹੈ। 7ਵਾਂ ਕੁਐਸਚਨ ਦੇਖਦੇ ਹਾਂ, ਭਾਰਤ ਵਿੱਚ ਨਿਰਪੱਖ ਚੇਤਨਾ ਦਾ ਸਵਾਗਤ। ਹੁਣ ਇੱਥੇ ਤੁਹਾਨੂੰ ਜੁਡੀਸ਼ੀਅਲ ਐਕਟਿਵਿਜ਼ਮ ਦਾ ਮਤਲਬ ਕੀ ਹੁੰਦਾ ਹੈ? ਜੁਡੀਸ਼ੀਅਲ ਐਕਟਿਵ ਹੋਣਾ, ਜੁਡੀਸ਼ਰੀ ਦਾ ਐਕਟਿਵ ਹੋਣਾ। ਜਦੋਂ ਕਈ ਵਾਰ ਸਾਡੀ ਕਾਰਜਪਾਲਿਕਾ, ਕਿਉਂਕਿ ਮੇਨ ਕੰਮ ਦੇਖੋ ਕਾਰਜਪਾਲਿਕਾ ਨੇ ਕਰਨਾ ਹੈ ਨਾ, ਸਰਕਾਰ ਦੇ 3 ਅੰਗ ਨੇ, ਇੱਕ ਕਾਰਜਪਾਲਿਕਾ, ਇੱਕ ਨਿਆਂਪਾਲਿਕਾ ਤੇ ਇੱਕ ਵਿਧਾਨਪਾਲਿਕਾ ਹੈ। ਵਿਧਾਨਪਾਲਿਕਾ ਦਾ ਕੰਮ ਤਾਂ ਦੇਖੋ ਵਿਧਾਨ ਬਣਾਉਣਾ ਹੈ, ਕਾਰਜਪਾਲਿਕਾ ਮੇਨ ਕੰਮ ਕਰਦੀ ਹੈ, ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੀ ਹੈ ਜਾਂ ਉਹਨੂੰ ਕਰਦੀ ਹੁੰਦੀ ਹੈ। ਪਰ ਜੇ ਕਾਰਜਪਾਲਿਕਾ ਕੰਮ ਨਾ ਕਰੇ ਤਾਂ ਉਸ ਕੰਮ ਨੂੰ ਕੌਣ ਕਰਨ ਲਈ ਅੱਗੇ ਆਉਂਦਾ ਹੈ? ਤਾਂ ਉਹ ਅਦਾਲਤਾਂ ਅੱਗੇ ਆਉਂਦੀਆਂ ਨੇ। ਜਦੋਂ ਅਦਾਲਤਾਂ ਕਾਰਜਪਾਲਿਕਾ ਦੇ ਕੰਮ ਕਰਦੀਆਂ ਤਾਂ ਇਹਨੂੰ ਅਸੀਂ ਆਖ ਦਿੰਦੇ ਹਾਂ ਜੁਡੀਸ਼ੀਅਲ ਐਕਟਿਵਿਜ਼ਮ, ਠੀਕ ਹੈ। ਤਾਂ ਇਹਦਾ ਸਵਾਗਤ ਕਿਹਨੇ ਕੀਤਾ ਸੀ? ਤਾਂ ਦੇਖੋ ਹੁਣ ਪੋਲੀਟੀਸ਼ੀਅਨ ਦਾ ਇਹਦਾ ਸਵਾਗਤ ਕਦੇ ਨਹੀਂ ਕਰਨਗੇ, ਲਾਇਰ ਵੀ ਨਹੀਂ ਕਰਨਗੇ, ਤਾਂ ਸਵਾਗਤ ਕੀਤਾ ਸੀ ਪਬਲਿਕ ਨੇ। ਇਹਦਾ ਆਨਸਰ ਆਊਗਾ ਜੀ ਸੀ, ਪਬਲਿਕ। ਲੋਕਾਂ ਨੇ, ਇਹ ਤੇ ਵੀ ਨਹੀਂ ਦੋਨੇ ਆ ਸਕਦਾ, ਠੀਕ ਹੈ। ਤਾਂ ਇਸ ਕਰਕੇ ਇਹਦਾ ਆਨਸਰ ਆਊਗਾ ਜੀ ਪਬਲਿਕ। 8th ਨੰਬਰ ਕੁਐਸਚਨ ਦੇਖ ਲੈਂਦੇ ਆ, ਭਾਰਤੀ ਸੰਵਿਧਾਨ ਦੇ ਵਿੱਚ 1976 ਵਿੱਚ ਕਿਹੜੀ ਸ਼ੋਧ ਐਕਟ ਨੇ ਬੁਨਿਆਦੀ ਫਰਜ਼ਾਂ ਨੂੰ ਸ਼ਾਮਲ ਕੀਤਾ ਸੀ? ਦੇਖੋ ਫੰਡਾਮੈਂਟਲ ਡਿਊਟੀਜ਼ ਬਾਰੇ ਕੁਐਸਚਨ ਪੁੱਛੇ ਜਾ ਰਹੇ ਨੇਗੇ। ਤਾਂ ਫੰਡਾਮੈਂਟਲ ਡਿਊਟੀਜ਼ ਨੂੰ ਅਸੀਂ ਕਦੋਂ ਸ਼ਾਮਲ ਕੀਤਾ ਸੀਗਾ? ਇਹਨੂੰ ਸਾਨੂੰ ਪਤਾ ਹੈ ਕਿ ਅਸੀਂ ਇਹ ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਤੇ ਸ਼ਾਮਲ ਕੀਤੇ ਸੀ। ਕਿਹੜੀ ਅਮੈਂਡਮੈਂਟ ਸੀ ਜੀ? 42 ਅਮੈਂਡਮੈਂਟ 1976 ਦੀ ਜਿਹੜੀ ਹੋਈ ਸੀ, ਇਹਦੇ ਤਹਿਤ ਅਸੀਂ ਇਹਨੂੰ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਸੀਗਾ। ਮੂਲ ਸੰਵਿਧਾਨ ਦੇ ਵਿੱਚ ਕਿੰਨੇ ਸੀਗੇ ਇਹ ਤੁਸੀਂ ਆਪਣਾ ਕਮੈਂਟ ਕਰਕੇ ਦੱਸਣਾ, ਤੇ ਹੁਣ ਕਿੰਨੇ ਨੇ ਇਹ ਵੀ ਤੁਸੀਂ ਕਮੈਂਟ ਕਰਕੇ ਤੁਹਾਨੂੰ ਦੱਸ ਦਿਓ ਵੀ ਹੁਣ ਸਾਡੇ ਬੁਨਿਆਦੀ ਫਰਜ਼ ਕਿੰਨੇ ਨੇਗੇ। 9 ਨੰਬਰ ਕੁਐਸਚਨ ਦੇਖਦੇ ਹਾਂ, ਯੂਐਨਓ ਕਦੋਂ ਫਾਰਮ ਦੇ ਵਿੱਚ ਆਇਆ ਸੀ? ਯੂਐਨਓ ਦੀ ਜਿਹੜੀ ਸਟੈਬਲਿਸ਼ਮੈਂਟ ਹੋਈ ਸੀ ਕਦੋਂ ਹੋਈ ਸੀ? ਤਾਂ ਇਹ ਤੁਹਾਨੂੰ ਪਤਾ ਹੈ ਵੀ ਪਹਿਲਾਂ ਵੀ ਕੁਐਸਚਨ ਆਪਾਂ ਕਰ ਚੁੱਕੇ ਹਾਂ। ਯੂਐਨਓ ਜਿਹੜਾ 1945 ਦੇ ਵਿੱਚ 24 ਅਕਤੂਬਰ 1945 ਨੂੰ ਜਿਹੜਾ ਸੀ ਹੋਂਦ ਦੇ ਵਿੱਚ ਆਇਆ ਸੀਗਾ। ਮੁੱਢਲੇ ਮੈਂਬਰ ਇਹਦੇ 51 ਸੀਗੇ, ਹੁਣ ਇਹਦੇ ਮੈਂਬਰ ਹੈਗੇ ਨੇ 193 ਮੈਂਬਰ ਟੋਟਲ। 10 ਨੰਬਰ ਕੁਐਸਚਨ ਦੇਖ ਲੈਂਦੇ ਹਾਂ, ਯੂਐਨਓ ਦੇ ਪਹਿਲੇ ਸੈਕਟਰੀ ਜਨਰਲ ਦਾ ਨਾਮ ਲਿਖੋ। ਤਾਂ ਇਹ 2021 ਦਾ ਜਿਹੜਾ ਪੇਪਰ ਹੋਇਆ ਸੀ ਉਹਦੇ ਵਿੱਚ ਵੀ ਕੁਐਸਚਨ ਪੁੱਛੇ ਜਾ ਚੁੱਕੇ ਨੇ ਇਸ ਤਰ੍ਹਾਂ ਦੇ, ਸਾਰੇ ਤੁਸੀਂ ਦੇਖ ਸਕਦੇ ਹੋ। ਤਾਂ ਪਹਿਲਾ ਜਨਰਲ ਸੈਕਟਰੀ ਕੌਣ ਸੀ ਜੀ? ਟਰਾਈਗਵ ਲੀ ਸੀਗਾ। ਤਾਂ ਸਾਰੇ ਕਮੈਂਟ ਕਰਿਆ ਕਰੋ ਬਈ, ਕੁਝ ਬੰਦਿਆਂ ਦੇ ਕਮੈਂਟ ਹੀ ਆਉਂਦੇ ਹੁੰਦੇ ਨੇ। ਤਾਂ ਤੁਹਾਨੂੰ ਦੇਖੋ ਸਾਰੇ ਕੁਐਸਚਨ ਪਤਾ ਹੋਣੇ ਚਾਹੀਦੇ ਨੇਗੇ ਇਹ, ਜਾਂ ਤੁਹਾਨੂੰ ਪਤਾ ਹੁੰਦੇ ਨੇ ਪਰ ਤੁਸੀਂ ਫਿਰ ਵੀ ਕਮੈਂਟ ਨਹੀਂ ਕਰਦੇ ਹੈਗੇ। ਤਾਂ ਕਮੈਂਟ ਕਰਕੇ ਆਪਣਾ ਆਨਸਰ ਜ਼ਰੂਰ ਦਿਆ ਕਰੋ, ਠੀਕ ਹੈ। ਤੇ ਲਾਸਟ ਦੇ ਵਿੱਚ ਆਪਣਾ ਜਿਹੜਾ ਸਕੋਰ ਸਾਰੇ ਦੱਸਿਆ ਕਰੋ। ਕੁਝ ਕੁ ਬੰਦਿਆਂ ਦਾ ਦਿਆ ਕਰੋ ਆਨਸਰ, ਸਾਰੇ ਆਨਸਰ ਕਰਿਆ ਕਰੋ ਇਹਦਾ। 11 ਨੰਬਰ ਕੁਐਸਚਨ ਦੇਖ ਲੈਂਦੇ ਆਪਾਂ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਮੁੱਖ ਦਫ਼ਤਰ ਕਿੱਥੇ? ਆਪਣੀ ਕੱਲ ਵੀ ਗੱਲ ਹੋਈ ਸੀ, ਲਾਸਟ ਕਲਾਸ ਵਿੱਚ ਕੱਲ ਗੱਲ ਹੋਈ ਸੀ ਆਪਣੀ, ਵੀ ਸਾਡੇ ਯੂਐਨਓ ਦੇ 6 ਅੰਗ ਨੇ, ਤਾਂ ਉਹਦੇ ਵਿੱਚੋਂ ਇੱਕ ਸਾਡਾ ਇੰਟਰਨੈਸ਼ਨਲ ਅਦਾਲਤ ਵੀ, ਅੰਤਰਰਾਸ਼ਟਰੀ ਅਦਾਲਤ ਵੀ ਸਾਡਾ ਇੱਕ ਦਫ਼ਤਰ ਹੈ। 6 ਅੰਗਾਂ ਦੇ ਵਿੱਚੋਂ 5 ਅੰਗਾਂ ਦੇ ਦਫ਼ਤਰ ਤਾਂ ਹੈਗੇ ਨੇ ਨਿਊਯਾਰਕ ਦੇ ਵਿੱਚ, ਤੇ ਇੱਕ ਅੰਗ ਜਿਹੜਾ ਅਸੀਂ ਦੱਸਿਆ ਸੀਗਾ, ਆਪਾਂ ਗੱਲ ਕੀਤੀ ਸੀਗੀ, ਤਾਂ ਉਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ, ਉਹਦਾ ਦਫ਼ਤਰ ਜਿਹੜਾ ਉਹ ਕਿੱਥੇ ਹੈ? ਉਹ ਹੇਗ ਦੇ ਵਿੱਚ ਹੈ। ਹਾਲੈਂਡ ਜਾਂ ਨੀਦਰਲੈਂਡ ਦੀ ਰਾਜਧਾਨੀ ਹੈ ਜਿਹਦਾ ਨਾਮ ਹੈ ਹੇਗ। ਯੂਐਨਓ ਦਾ ਇੱਕ ਅੰਗ ਹੈ, ਮਤਲਬ ਇਹਦਾ ਪਾਰਟ ਹੈ, ਇੱਕ ਅੰਗ ਨਹੀਂ ਅਸੀਂ ਇਹਨੂੰ ਕਹਾਂਗੇ, ਠੀਕ ਹੈ। ਤੇ ਇਹਦੀ ਏਜੰਸੀ ਇੱਕ ਹੈ ਯੂਨੈਸਕੋ, ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਐਂਡ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ। ਤਾਂ ਇਹਦਾ ਯੂਨੈਸਕੋ ਦਾ ਹੈੱਡਕੁਆਟਰ ਪੁੱਛਿਆ ਗਿਆ, ਤਾਂ ਇਹ ਦੁਬਾਰਾ ਵੀ ਇੱਕ ਵਾਰ ਰਿਪੀਟ ਹੋ ਚੁੱਕਿਆ ਕੁਐਸਚਨ, ਇਹ ਦੁਬਾਰਾ ਵੀ ਆ ਚੁੱਕਿਆ ਪੇਪਰ ਦੇ ਵਿੱਚ। ਤਾਂ ਇਹਦਾ ਹੈੱਡਕੁਆਟਰ ਹੈਗਾ ਜੀ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। 13 ਨੰਬਰ ਕੁਐਸਚਨ ਤੇ ਆਏ ਨੇ, ਕਿਹੜਾ ਦੇਸ਼ ਯੂਐਨਓ ਦੀ ਸੁਰੱਖਿਆ ਸਭਾ ਦਾ ਸਥਾਈ ਮੈਂਬਰ ਨਹੀਂ ਹੈ? ਤਾਂ ਸਾਨੂੰ ਪਤਾ ਹੈ ਯੂਐਨਓ ਦੇ 6 ਅੰਗਾਂ ਦੇ ਵਿੱਚੋਂ ਇੱਕ ਅੰਗ ਹੈ ਸਿਕਿਉਰਿਟੀ ਕਾਉਂਸਲ, ਉਹਦਾ ਸੁਰੱਖਿਆ ਪਰਿਸ਼ਦ। ਤਾਂ ਸਾਨੂੰ ਪਤਾ ਹੈ ਵੀ ਉਹਦੇ ਵਿੱਚ ਟੋਟਲ ਮੈਂਬਰ ਕਿੰਨੇ ਹੁੰਦੇ ਨੇ ਸੁਰੱਖਿਆ ਪਰਿਸ਼ਦ ਦੇ? 15। ਇਹਦੇ ਵਿੱਚੋਂ 10 ਮੈਂਬਰ ਜਿਹੜੇ ਨੇ ਟੈਂਪਰੇਰੀ ਮੈਂਬਰ ਨੇ, ਤੇ 5 ਮੈਂਬਰ ਜਿਹੜੇ ਨੇ ਇਹ ਪਰਮਾਨੈਂਟ ਮੈਂਬਰ ਨੇ। ਇਹਨਾਂ ਕੋਲ ਵੀਟੋ ਪਾਵਰ ਹੁੰਦੀ ਹੈ। ਤਾਂ ਤੁਹਾਨੂੰ ਮੈਂ ਬਾਰ-ਬਾਰ ਦੱਸ ਚੁੱਕਿਆ, ਕਈ ਵਾਰ ਦੱਸ ਚੁੱਕਿਆ, ਇਹ ਆਪਣੀ ਗੱਲ ਹੋ ਚੁੱਕੀ ਹੈ। ਤਾਂ ਇਹਦੇ ਵਿੱਚੋਂ ਦੇਖੋ ਯੂਕੇ ਹੈਗਾ ਇਹਦੇ ਵਿੱਚ, ਚੀਨ ਵੀ ਹੈਗਾ ਇਹਦੇ ਵਿੱਚ, ਫਰਾਂਸ ਵੀ ਇਹਦੇ ਵਿੱਚ ਹੈਗਾ, ਤੇ ਦੋ ਦੇਸ਼ ਹੋਰ ਕਿਹੜੇ ਨੇ, ਠੀਕ ਹੈ। ਤਾਂ ਤੁਸੀਂ ਉਹ ਕਮੈਂਟ ਕਰਕੇ ਦੱਸਣਾ ਹੈ। ਇਹਦਾ ਆਨਸਰ ਆਊਗਾ ਜੀ ਸੀ, ਕੈਨੇਡਾ। ਕੈਨੇਡਾ ਇਹਦੇ ਵਿੱਚ ਸ਼ਾਮਲ ਨਹੀਂ ਹੈਗਾ। ਜਿਹੜੇ 2 ਦੇਸ਼ ਨੇ ਹੋਰ ਕਿਹੜੇ ਨੇ ਉਹ ਤੁਸੀਂ ਆਪਣਾ ਕਮੈਂਟ ਕਰਕੇ ਦੱਸੋ। 14 ਨੰਬਰ ਕੁਐਸਚਨ, ਸਾਮਵਾਦੀ ਚੀਨ ਨੂੰ ਵੀਟੋ ਪਾਵਰ ਕਦੋਂ ਮਿਲੀ ਸੀ? ਠੀਕ ਹੈ, ਹੁਣ ਇਹ ਆਨਸਰ ਇਹਦਾ ਤਾਂ ਵੈਸੇ ਬਣੂਗਾ 1971 ਆਨਸਰ, ਪਰ ਮੈਂ ਤੁਹਾਨੂੰ ਦੱਸ ਦਿੰਦਾ। ਦੇਖੋ 1945 ਦੇ ਵਿੱਚ ਜਦੋਂ ਯੂਐਨਓ ਦੀ ਸਥਾਪਨਾ ਹੋਈ ਹੈ, ਉਸ ਟਾਈਮ
ਇੱਕ ਛੋਟਾ ਜਿਹਾ ਦੇਸ਼ ਹੈਗਾ ਚੀਨ ਦੇ ਨਾਲ ਹੀ ਲੱਗਦਾ, ਤਾਈਵਾਨ। ਤਾਈਵਾਨ ਤਾਂ ਉਹਨੂੰ ਰਾਸ਼ਟਰਵਾਦੀ ਚੀਨ ਜਾਂ ਫਾਰਮੋਸਾ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ ਪਹਿਲਾਂ। ਤਾਂ ਅਮਰੀਕਾ ਦੇ ਨਾਲ ਉਹਦੀ ਨਜ਼ਦੀਕੀ ਸੀਗੀ, ਤਾਂ ਅਮਰੀਕਾ ਨੇ ਆਪਣੀ ਨਜ਼ਦੀਕੀ ਦੇ ਕਰਕੇ ਉਹਨੂੰ ਕੀ ਬਣਾਤਾ ਸੀਗਾ, ਯੂਐਨਓ ਦਾ ਪਰਮਾਨੈਂਟ ਮੈਂਬਰ ਬਣਾਤਾ ਸੀਗਾ। ਨਾਮ ਉਹਦਾ ਵੀ ਰਾਸ਼ਟਰਵਾਦੀ ਚਾਈਨਾ ਸੀਗਾ, ਠੀਕ ਹੈ, ਜਿਵੇਂ ਅੱਜ ਕੱਲ੍ਹ ਰਿਪਬਲਿਕ ਚਾਈਨਾ ਦੇ ਨਾਮ ਤੇ ਜਾਣਿਆ ਜਾਂਦਾ ਇਹ, ਠੀਕ ਹੈ। ਤਾਂ ਉਹ ਰਾਸ਼ਟਰਵਾਦੀ ਲੋਕਤਾਂਤਰਿਕ ਚਾਈਨਾ ਦੇ ਨਾਮ ਤੇ ਜਾਣਾ ਸੀ, ਜਿਹਨੂੰ ਫਾਰਮੋਸਾ ਜਾਂ ਤਾਈਵਾਨ ਵੀ ਅਸੀਂ ਆਖ ਦਿੰਦੇ ਹਾਂ। 1945 ਤੋਂ ਬਾਅਦ 1971 ਤੱਕ ਆਉਂਦੇ ਆਉਂਦੇ ਜਿਹੜਾ ਅੱਜ ਦਾ ਚਾਈਨਾ ਹੈ ਇਹਦੀ ਨਜ਼ਦੀਕੀ ਅਮਰੀਕਾ ਦੇ ਨਾਲ ਹੋ ਗਈ ਸੀਗੀ। ਤਾਂ ਉਹਨਾਂ ਨੇ ਕੀ ਕੀਤਾ, ਗੜਬੜ ਜੀ ਕਰਕੇ ਉਹਨਾਂ ਨੇ ਕੀ ਕੀਤਾ, ਉਹ ਫਾਰਮੋਸਾ ਚੀਨ ਨੂੰ ਜਾਂ ਤਾਈਵਾਨ ਨੂੰ ਉਹਦੀ ਮੈਂਬਰਸ਼ਿਪ ਤੋਂ ਖਾਰਜ ਕਰਵਾਤਾ, ਤੇ ਉਹਦੀ ਜਗ੍ਹਾ ਤੇ ਜਿਹੜਾ ਅੱਜ ਦਾ ਸਾਮਵਾਦੀ ਚੀਨ ਹੈ, ਜਿਹਨੂੰ ਅਸੀਂ ਅੱਜ ਕੱਲ੍ਹ ਗਣਤੰਤਰ ਰਿਪਬਲਿਕ ਚਾਈਨਾ ਅਸੀਂ ਬੋਲ ਦਿੰਦੇ ਇਹਨੂੰ, ਤੇ ਇਹਨੂੰ ਸ਼ਾਮਲ ਕਰਵਾਤਾ ਸੀ। ਕਦੋਂ? ਇਹ 1971 ਦੇ ਸ਼ਾਮਲ ਕਰਵਾਤਾ ਸੀਗਾ। ਨਾਮ ਉਦੋਂ ਵੀ ਚੀਨ ਸੀ, ਹੁਣ ਵੀ ਚੀਨ ਹੈਗਾ, ਠੀਕ ਹੈ। ਤਾਂ ਇਹਦਾ ਆਨਸਰ ਆਊਗਾ ਜੀ 1971। ਯੂਐਨਓ ਦਾ ਜਨਰਲ ਸਕੱਤਰ ਕੌਣ ਹੈ? ਤਾਂ ਇਹ 2016 ਦਾ ਪੇਪਰ ਹੈ, ਦੇਖੋ ਇਹ। ਤਾਂ 2016 ਦੇ ਵਿੱਚ ਅਕੋਰਡਿੰਗ ਕੌਣ ਸੀਗਾ? ਬਾਨ ਕੀ ਮੂਨ ਸੀਗਾ। ਪਰ ਜੇ ਹੁਣ ਪੁੱਛਦਾ ਹੈਗਾ ਤਾਂ ਹੁਣ ਐਂਟੋਨੀਓ ਗੁਟੇਰਸ ਹੈਗਾ, ਠੀਕ ਹੈ। 16 ਨੰਬਰ ਕੁਐਸਚਨ ਦੇਖ ਲੈਂਦੇ ਆ। ਭਾਰਤ ਵਿੱਚ ਸੰਘਵਾਦ ਦੇ ਮਾਡਲ ਕਿਹੜੇ? ਇਹਦੇ ਨੰਬਰ ਦੀ ਗ੍ਰੇਸ ਮਿਲੀ ਸੀਗੀ। ਇੱਕਵਾਦੀ ਸੰਘਵਾਦ, ਸਹਿਕਾਰੀ ਸੰਘਵਾਦ, ਸੌਦੇਬਾਜ਼ੀ ਸੰਘਵਾਦ, ਉਪਰੋਕਤ ਸਾਰੇ, ਠੀਕ ਹੈ। ਤਾਂ ਇਹਦਾ ਗ੍ਰੇਸ ਨੰਬਰ ਮਿਲਿਆ ਸੀਗਾ, ਠੀਕ ਹੈ। ਤਾਂ ਇਹ ਤੁਸੀਂ ਆਪਸ਼ਨ ਗਲਤ ਸੀ ਇਹਦੇ ਵਿੱਚ। ਸਰਕਾਰੀਆ ਕਮਿਸ਼ਨ ਬਾਰੇ ਕੁਐਸਚਨ ਪੁੱਛਿਆ ਗਿਆ ਹੈਗਾ। ਸਰਕਾਰੀਆ ਕਮਿਸ਼ਨ ਕਿਸ ਲਈ ਜਾਣਿਆ ਜਾਂਦਾ ਸੀ? 1983 ਦੇ ਵਿੱਚ ਇਹਦੀ ਸਟੈਬਲਿਸ਼ਮੈਂਟ ਹੋਈ ਹੈ। ਰਣਜੀਤ ਸਿੰਘ ਸਰਕਾਰੀਆ ਦੀ ਅਗਵਾਈ 'ਚ ਬਣਿਆ ਸੀ ਕਮਿਸ਼ਨ ਇਹ। ਤਾਂ ਕਾਹਦੇ ਵਾਸਤੇ ਸੀਗਾ ਬਈ? ਇਹ ਕੇਂਦਰ ਰਾਜ ਸੰਬੰਧਾਂ ਨੂੰ ਲੈ ਕੇ ਬਣਾਇਆ ਗਿਆ ਸੀ। 18 ਨੰਬਰ ਕੁਐਸਚਨ ਦੇਖ ਲੈਂਦੇ ਆ। ਭਾਰਤ ਵਿੱਚ ਚੋਣ ਆਯੋਗ ਕਦੋਂ ਸਥਾਪਿਤ ਹੋਇਆ ਸੀ? ਠੀਕ ਹੈ, ਸਟੈਬਲਿਸ਼ਮੈਂਟ ਕਦੋਂ ਹੋਈ ਸੀ ਚੋਣ ਆਯੋਗ ਦੀ? ਤਾਂ ਇਹ ਸਟੈਬਲਿਸ਼ ਹੋਇਆ ਸੀ ਜੀ 25 ਜਨਵਰੀ 1950 ਨੂੰ। ਇਹਦਾ ਆਨਸਰ ਆਊਗਾ ਜੀ 25 ਜਨਵਰੀ 1950 ਨੂੰ। 25 ਜਨਵਰੀ ਨੂੰ ਜਿਹੜਾ ਸਾਡਾ ਵੋਟਰ ਦਿਵਸ ਹੈ ਉਹ ਮਨਾਇਆ ਜਾਂਦਾ ਹੈਗਾ, ਤੇ ਇਸ ਕਰਕੇ ਯਾਦ ਰੱਖਣਾ ਤੁਸੀਂ 25 ਜਨਵਰੀ 1950 ਨੂੰ ਸਾਡਾ ਜਿਹੜਾ ਸੀ ਚੋਣ ਕਮਿਸ਼ਨ ਸਟੈਬਲਿਸ਼ ਹੋਇਆ ਸੀ। ਹੁਣ ਚੋਣ ਕਮਿਸ਼ਨ ਬਾਰੇ ਵੀ ਕਾਫੀ ਕੁਐਸਚਨ ਪੁੱਛੇ ਜਾਂਦੇ ਨੇ। ਚੋਣ ਕਮਿਸ਼ਨ ਕਿਹੜੇ ਆਰਟੀਕਲ ਦੇ ਵਿੱਚ ਹੈ? ਚੋਣ ਕਮਿਸ਼ਨ ਦਾ ਵਰਤਮਾਨ ਜਿਹੜਾ ਸਾਡਾ ਮੁੱਖ ਚੋਣ ਕਮਿਸ਼ਨਰ ਹੈ ਕੌਣ ਹੈਗਾ? ਪਹਿਲਾਂ ਕੌਣ ਸੀਗਾ? ਇਹਨਾਂ ਬਾਰੇ ਕਾਫੀ ਜ਼ਿਆਦਾ ਕੁਐਸਚਨ ਪੁੱਛੇ ਗਏ ਨੇ, ਕਿਉਂਕਿ ਸਾਡੇ ਪਰਟੀਕੂਲਰ ਸਿਲੇਬਸ 'ਚ ਪਾਇਆ ਗਿਆ, ਇਸ ਕਰਕੇ। 19 ਨੰਬਰ ਕੁਐਸਚਨ ਦੇਖ ਲੈਂਦੇ ਆ। ਭਾਰਤ ਵਿੱਚ ਚੋਣ ਆਯੋਗ ਕਦੋਂ ਇੱਕ ਬਹੁ ਮੈਂਬਰੀ ਸੰਸਥਾ ਬਣੀ ਸੀ? ਬਹੁਤ ਸਦੱਸੀ ਸੰਸਥਾ ਬਣੀ ਸੀਗੀ। ਤਾਂ ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਤਾਂ ਇਹਦਾ ਆਨਸਰ ਆਊਗਾ ਵੈਸੇ 1 ਅਕਤੂਬਰ 1993। ਦੇਖੋ ਸਟਾਰਟਿੰਗ ਦੇ ਵਿੱਚ ਜਦੋਂ 25 ਜਨਵਰੀ 1950 ਤੋਂ ਚੋਣ ਸਾਡਾ ਆਯੋਗ ਬਣਿਆ ਹੈਗਾ, ਤਾਂ ਉਸ ਟਾਈਮ ਉਹ ਇੱਕ ਮੈਂਬਰ ਸੀਗਾ। 1989 ਦੇ ਵਿੱਚ ਆ ਕੇ ਇਹਨੂੰ 3 ਮੈਂਬਰੀ ਕਰ ਦਿੱਤਾ ਗਿਆ। 90 'ਚ ਦੁਬਾਰਾ ਫਿਰ 1 ਮੈਂਬਰੀ ਕਰ ਦਿੱਤਾ ਗਿਆ। ਇਹ 1993 ਤੋਂ ਦੁਬਾਰਾ ਫਿਰ ਇਹ 3 ਮੈਂਬਰੀ ਬੰਦ ਆ ਰਿਹਾ ਹੈ, ਠੀਕ ਹੈ। ਇਹਦੇ ਵਿੱਚ ਇੱਕ ਤਾਂ ਚੀਫ ਇਲੈਕਸ਼ਨ ਕਮਿਸ਼ਨਰ ਹੁੰਦੇ ਨੇ, ਮੁੱਖ ਚੋਣ ਕਮਿਸ਼ਨਰ ਹੁੰਦੇ, ਤੇ 2 ਇਹਦੇ ਇਲੈਕਸ਼ਨ ਕਮਿਸ਼ਨਰ ਹੁੰਦੇ ਨੇ। ਤਾਂ ਯਾਦ ਰੱਖਣਾ ਜੀ ਇਹ। 20 ਨੰਬਰ ਕੁਐਸਚਨ। ਪੂਰਵ ਮੁੱਖ ਚੋਣ ਕਮਿਸ਼ਨਰ ਦੀ ਪਛਾਣ ਕਰਨੀ ਹੈ। ਇਹਨਾਂ ਵਿੱਚੋਂ ਕਿਹੜਾ ਪੂਰਵ ਚੋਣ ਮੁੱਖ ਕਮਿਸ਼ਨਰ ਰਿਹਾ ਹੈਗਾ? ਠੀਕ ਹੈ, ਤਾਂ RM ਸਾਨੀ ਨਹੀਂ ਰਹੇ ਹੈਗੇ, ਨੂਰਾਨੀ ਵੀ ਨਹੀਂ ਰਹੇ, ਟਾਰਕੁੰਡੇ ਵੀ ਨਹੀਂ ਰਿਹਾ। ਤਾਂ ਇਹਦੇ ਵਿੱਚ MS ਗਿੱਲ ਆਊਗਾ। ਵੈਸੇ ਇਹਨਾਂ ਨੇ MM ਗਿੱਲ ਰੱਖਿਆ। ਤਾਂ ਮਨੋਹਰ ਸਿੰਘ ਗਿੱਲ ਜਿਹੜੇ ਸੀਗੇ ਉਹ, ਇਹਦਾ ਆਨਸਰ ਆਊਗਾ ਜੀ C, ਠੀਕ ਹੈ। ਇੱਥੇ MS ਗਿੱਲ ਹੈ, ਸਹੀ ਹੈ ਇੱਥੇ ਤਾਂ, ਠੀਕ ਹੈ। ਤਾਂ ਮਨੋਹਰ ਸਿੰਘ ਗਿੱਲ ਸਾਡੇ ਮੁੱਖ ਚੋਣ ਕਮਿਸ਼ਨਰ ਰਹੇ ਨੇਗੇ, ਤਾਂ ਵੀ ਸਾਨੂੰ ਪਤਾ ਹੋਣਾ ਚਾਹੀਦਾ। 21 ਨੰਬਰ ਕੁਐਸਚਨ। ਵਾਟ ਡੂ ਦਾ ਨੋਟਾ ਸਟੈਂਡ? ਨੋਟਾ ਤੋਂ ਕੀ ਭਾਵ ਹੈ? ਠੀਕ ਹੈ, ਨਨ ਆਫ ਦਾ ਅਬਵ, ਨਨ ਆਫ ਦਾ ਅਬਵ। ਤਾਂ ਆਨਸਰ ਆਊਗਾ ਜੀ। ਨੋਟਾ ਬਾਰੇ ਕਈ ਕੁਐਸਚਨ ਬਣ ਚੁੱਕੇ ਨੇ, ਯਾਦ ਰੱਖਣਾ ਨੋਟਾ ਬਾਰੇ ਜੀ, ਠੀਕ ਹੈ। ਕਿੱਥੇ ਕਿੱਥੇ ਸਟੈਬਲਿਸ਼ ਹੋਇਆ ਸੀ ਪਹਿਲਾਂ ਇਹ? ਲੋਕ ਸਭਾ 'ਚ ਕਦੋਂ ਹੋਇਆ ਸੀ? ਰਾਜ ਸਭਾ 'ਚ ਕਦੋਂ ਹੋਇਆ? ਸੌਰੀ, ਰਾਜ ਸਭਾ ਤਾਂ ਹੁੰਦੇ ਨਹੀਂ ਹੈਗਾ। ਵਿਧਾਨ ਸਭਾ 'ਚ ਕਦੋਂ, ਕਿਹੜੀ ਸਟੇਟਾਂ 'ਚ ਹੋਇਆ ਹੈਗਾ? 22 ਨੰਬਰ ਕੁਐਸਚਨ ਦੇਖ ਲੈਂਦੇ ਆ। ਭਾਰਤੀ ਸੰਵਿਧਾਨ ਵਿੱਚ ਕਿਹੜੀ ਸੂਚੀ ਭਾਸ਼ਾਵਾਂ ਦੇ ਨਾਲ ਸੰਬੰਧਿਤ ਹੈ? ਤਾਂ ਤੁਹਾਨੂੰ ਸੂਚੀਆਂ ਬਾਰੇ ਕੁਐਸਚਨ ਪੁੱਛੇ ਜਾ ਰਹੇ ਨੇ ਇੱਥੇ। ਤੇ ਹੁਣ ਤੁਹਾਨੂੰ ਪਤਾ ਵੀ ਭਾਸ਼ਾਵਾਂ ਦੇ ਨਾਲ ਮੈਂ ਇੱਕ ਕਲਾਸ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ, ਤਾਂ ਲਾਸਟ ਕਲਾਸ 'ਚ ਤੁਸੀਂ ਦੇਖ ਸਕਦੇ ਹੋ ਮੈਂ ਸਾਰੀਆਂ ਸੂਚੀਆਂ ਇੱਕ ਵਾਰ 'ਚ ਕਰਾਤੀਆਂ ਸੀਗੀਆਂ ਤੁਹਾਨੂੰ। ਤਾਂ ਦੇਖੋ 8ਵੀਂ ਸੂਚੀ ਜਿਹੜੀ ਸੰਬੰਧਿਤ ਹੈ, ਕਿਹਦੇ ਨਾਲ ਸੰਬੰਧਿਤ ਹੈ ਜੀ? ਇਹ ਭਾਸ਼ਾਵਾਂ ਨਾਲ ਕਿਹੜੀ ਸੰਬੰਧਿਤ ਹੈ? ਤਾਂ ਇਹ 8ਵੀਂ ਸੂਚੀ ਸੰਬੰਧਿਤ ਹੈ। ਤਾਂ ਇਹਦਾ ਆਨਸਰ ਆ ਜੀ 8ਵੀਂ। 23 ਨੰਬਰ ਕੁਐਸਚਨ ਦੇਖ ਲੈਂਦੇ ਆ। ਆਰਟੀਕਲ ਜਿਹੜਾ 51A ਹੈ, 51A ਦੇ ਵਿੱਚ ਕੀ ਦਿੱਤਾ ਗਿਆ ਹੈਗਾ? ਤਾਂ 51A ਦੇ ਵਿੱਚ ਕੀ ਦਿੱਤਾ ਗਿਆ ਸੀ ਜੀ? 51A ਦੇ ਵਿੱਚ ਦਿੱਤੇ ਗਏ ਤੁਹਾਡੇ ਫੰਡਾਮੈਂਟਲ ਜਿਹੜੀ ਸਾਡੀਆਂ ਡਿਊਟੀਜ਼ ਨੇਗੀਆਂ, ਸੌਰੀ ਹਾਂ, ਫੰਡਾਮੈਂਟਲ ਡਿਊਟੀਜ਼ ਦਿੱਤੀਆਂ ਗਈਆਂ ਨੇ 51A ਦੇ ਵਿੱਚ ਹੈ। ਤੇ ਇਹ ਅਸੀਂ ਸਾਨੂੰ ਪਤਾ ਹੈ ਵੀ ਇਹ ਕਦੋਂ ਸ਼ਾਮਲ ਕੀਤੇ ਸੀ? ਇਹ ਅਸੀਂ 42 ਅਮੈਂਡਮੈਂਟ ਜਿਹੜੀ ਸਾਡੀ 1976 ਦੇ ਵਿੱਚ ਹੋਈ ਸੀਗੀ, ਉਹਦੇ ਤਹਿਤ ਇਹਨੂੰ ਸ਼ਾਮਲ ਕੀਤਾ ਹੈਗਾ ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਦੇ ਉੱਪਰ। ਜੇ 51 ਤੱਕ ਪੁੱਛੂਗਾ ਤਾਂ 51 ਦੇ ਵਿੱਚ ਸਾਡੇ ਡਾਇਰੈਕਟਰ ਪ੍ਰਿੰਸੀਪਲ ਸਟੇਟ ਪਾਲਿਸੀ ਨੇ 36 ਤੋਂ ਲੈ ਕੇ 51 ਤੱਕ। 24 ਨੰਬਰ ਕੁਐਸਚਨ ਕੀ ਕਹਿ ਰਿਹਾ ਹੈਗਾ? ਕਿਸ ਐਕਟ ਅਧੀਨ ਰਾਸ਼ਟਰ ਦੀ ਏਕਤਾ ਨੂੰ, ਠੀਕ ਹੈ, ਸਾਡੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ? ਤਾਂ ਰਾਸ਼ਟਰ ਦੀ ਏਕਤਾ ਦਾ ਮਤਲਬ ਕੀ ਹੈ? ਵੈਸੇ ਇੱਥੇ ਅਖੰਡਤਾ ਸ਼ਬਦ ਆਉਣਾ ਚਾਹੀਦਾ ਸੀਗਾ। ਤਾਂ ਅਖੰਡਤਾ ਸ਼ਬਦ ਵੈਸੇ ਰਾਸ਼ਟਰ ਦੀ ਏਕਤਾ, ਚਲੋ ਕੋਈ ਗੱਲ ਨਹੀਂ, ਤੁਹਾਨੂੰ ਸਮਝਣਾ ਚਾਹੀਦਾ। ਤਾਂ ਇਹ ਸ਼ਾਮਲ ਹੋਇਆ ਸੀ ਜੀ ਸਾਡਾ 42ਵੀਂ ਐਕਟ 1976 ਦੇ ਵਿੱਚ। ਲਘੂ ਸੰਵਿਧਾਨ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਹ ਸ਼ੋਧ, ਜਿਹੜੀ ਕਾਫੀ ਇੰਪੋਰਟੈਂਟ ਸ਼ੋਧ ਹੈ। ਸਾਡੀ ਪ੍ਰਸਤਾਵਨਾ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ, 3 ਸ਼ਬਦ ਸ਼ਾਮਲ ਕੀਤੇ ਗਏ ਸੀ। ਇੱਕ ਸਮਾਜਵਾਦੀ ਸ਼ਬਦ ਆਇਆ ਸੀਗਾ, ਇੱਕ ਸ਼ਬਦ ਸਾਡਾ ਧਰਮ ਨਿਰਪੱਖ ਆਇਆ ਸੀ, ਤੇ ਇੱਕ ਸ਼ਬਦ ਸਾਡਾ ਅਖੰਡਤਾ ਆਇਆ ਸੀਗਾ। ਤਾਂ ਇਹ 3 ਇੱਕ ਵਾਰੀ ਸਿਰਫ ਸ਼ੋਧ ਹੋਈ ਹੈ ਹੁਣ ਤੱਕ ਪ੍ਰੇਮਬਲ ਦੇ ਵਿੱਚ। ਸਾਡੀ ਪ੍ਰਸਤਾਵਨਾ ਦੇ ਵਿੱਚ
ਪਹਿਲੀ ਵਾਰ ਤੇ ਲਾਸਟ ਵਾਰੀ ਸ਼ੋਧ ਹੋਈ ਹੈ ਤੇ 3 ਸ਼ਬਦਾਂ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਸੀ 42 ਅਮੈਂਡਮੈਂਟ 1976 ਦੇ ਅਨੁਸਾਰ। ਕੇਸ਼ਵ-ਆਨੰਦ ਭਾਰਤੀ ਬਾਰੇ ਕਾਫੀ ਕੁਐਸਚਨ ਪੁੱਛੇ ਜਾਂਦੇ ਨੇ। ਕੇਸ਼ਵ-ਆਨੰਦ ਭਾਰਤੀ ਜਿਹੜਾ ਕੇਸ ਹੈਗਾ ਕਾਹਦੇ ਨਾਲ ਸੰਬੰਧਿਤ ਹੈ, ਤਾਂ ਤੁਹਾਨੂੰ ਪਤਾ ਹੈ ਜੀ ਭਾਰਤੀ ਸੰਵਿਧਾਨ ਦੇ ਮੂਲ ਢਾਂਚੇ ਨਾਲ ਸੰਬੰਧਿਤ ਕੇਸ ਹੈ, ਕਾਫੀ ਇੰਪੋਰਟੈਂਟ ਕੇਸ ਹੈ, 1973 ਦਾ ਕੇਸ ਸੀ ਇਹ। 26 ਨੰਬਰ ਕੁਐਸਚਨ, ਭਾਰਤੀ ਸੰਵਿਧਾਨ ਦਾ ਆਰਟੀਕਲ ਨੰਬਰ 14, ਠੀਕ ਹੈ, ਤਾਂ ਕਾਫੀ ਵਾਰੀ ਕੁਐਸਚਨ ਬਣ ਚੁੱਕਿਆ ਹੈ। ਆਰਟੀਕਲ ਨੰਬਰ 14 ਜਿਹੜਾ ਹੈਗਾ ਕਾਹਦੇ ਬਾਰੇ ਗੱਲ ਕਰਦਾ ਇਹ, ਤਾਂ ਇਹ ਸਮਾਨਤਾ ਦੇ ਅਧਿਕਾਰ ਦੀ ਗੱਲ ਕਰਦਾ, ਜਿਹਦੇ ਵਿੱਚ ਅਸੀਂ ਕਾਨੂੰਨ ਦੇ ਨਜ਼ਰਾਂ ਦੇ ਵਿੱਚ ਸਾਰੇ ਵਿਅਕਤੀ ਕੀ ਹੈ, ਸਮਾਨ ਹੈ। ਜੇ ਤੁਸੀਂ ਡਿਟੇਲ 'ਚ ਦੇਖਣਾ ਚਾਹੁੰਦੇ ਤਾਂ ਮੈਂ 2 ਕਲਾਸਿਸ ਜਿਹੜੀਆਂ ਨੇਗੀਆਂ ਮੌਲਿਕ ਅਧਿਕਾਰਾਂ ਦੀ ਲਾਈਆਂ ਨੇ, ਤਾਂ ਤੁਸੀਂ ਉਹਦੇ ਵਿੱਚ ਜਾ ਕੇ ਡਿਟੇਲ ਦੇ ਵਿੱਚ ਜਾ ਕੇ ਪੜ੍ਹ ਸਕਦੇ ਹੋਗੇ। 27 ਨੰਬਰ ਕੁਐਸਚਨ ਦੀ ਗੱਲ ਕਰ ਲੈਂਦੇ ਹਾਂ। ਪਛੜਾ ਕਮਿਸ਼ਨ ਜਾਂ ਮੰਡਲ ਕਮਿਸ਼ਨ ਜਿਹੜਾ ਹੈਗਾ ਇਹ ਕਿਸ ਆਧਾਰ ਤੇ ਸੀਗਾ, ਠੀਕ ਹੈ। ਮੰਡਲ ਕਮਿਸ਼ਨ ਜਿਹੜਾ 1978 ਦੇ ਵਿੱਚ ਸਟੈਬਲਿਸ਼ ਹੋਇਆ ਸੀ ਮੁਰਾਰਜੀ ਦੇਸਾਈ ਦੀ ਸਰਕਾਰ ਦੇ ਵਿੱਚ, ਤੇ ਕਾਹਦੇ ਆਧਾਰ ਤੇ ਸੀ ਜੀ, ਇਹ ਪਛੜੇ ਵਰਗ ਦੇ ਆਧਾਰ ਤੇ ਸੀਗਾ। ਤਾਂ OBC ਕਮਿਸ਼ਨ ਜਾਂ OBC ਬੈਕਵਰਡ ਕਮਿਸ਼ਨ ਵੀ ਇਹਨੂੰ ਆਖਦੇ ਨੇ, ਬੈਕਵਰਡ ਕਲਾਸਾਂ ਵਾਸਤੇ ਬਣਾਇਆ ਗਿਆ ਸੀ, ਇਹਨਾਂ ਨੂੰ ਰਾਖਵਾਂਕਰਨ ਪ੍ਰਦਾਨ ਕਰਨ ਵਾਸਤੇ ਬਣਾਇਆ ਗਿਆ ਸੀਗਾ। ਤੇ ਤੁਹਾਨੂੰ ਪਤਾ ਹੈ ਵੀ ਫਿਰ 1990 ਦੇ ਵਿੱਚ ਜਦੋਂ BP ਸਿੰਘ ਦੀ ਸਰਕਾਰ ਆਈ ਹੈ ਤਾਂ ਇਹਨਾਂ ਨੂੰ OBC ਨੂੰ 27% ਜਿਹੜਾ ਰਾਖਵਾਂਕਰਨ ਪ੍ਰਦਾਨ ਕਰ ਦਿੱਤਾ ਗਿਆ ਸੀ। 28 ਨੰਬਰ ਕੁਐਸਚਨ ਦੇਖ ਲੈਣੇ, ਕਾਨੂੰਨ ਦੀ ਸ਼ਰਤ ਕੀ ਹੈ, ਠੀਕ ਹੈ। ਤਾਂ ਕਾਨੂੰਨ ਦੀ ਸ਼ਰਤ ਸਪਸ਼ਟ ਹੈ, ਵਾਸਤਵਿਕ ਹੈ ਜਾਂ ਕਾਲਪਨਿਕ ਹੈ। ਤਾਂ ਦੇਖੋ ਕਾਲਪਨਿਕ ਤਾਂ ਹੋ ਨਹੀਂ ਸਕਦੀ ਹੈਗੀ, ਤਾਂ ਇਹਦਾ 2 ਹੀ ਆਨਸਰ ਬਣਨਗੇ ਜਿਹਦੇ A ਅਤੇ B ਦੋਨੋਂ ਹੈ ਕਾਨੂੰਨ ਦੀ ਸ਼ਰਤਾਂ, ਠੀਕ ਹੈ। ਕਾਨੂੰਨ ਕਿਸ ਆਧਾਰ ਤੇ ਜਿਹੜਾ ਕੰਮ ਕਰਦਾ ਹੈਗਾ। 29 ਨੰਬਰ ਕੁਐਸਚਨ ਦੇਖ ਲੈਂਦੇ ਆ, ਆਰਥਿਕ ਸਮਾਨਤਾ ਨੂੰ ਕੌਣ ਤਰਜੀਹ ਦਿੰਦਾ ਹੈ, ਠੀਕ ਹੈ। ਇਕਨੋਮਿਕ ਇਕੁਐਲਿਟੀ ਦੀ ਕੌਣ ਗੱਲ ਕਰਦਾ ਹੈ, ਤਾਂ ਇਹਦੇ ਵਿੱਚੋਂ ਕੌਣ ਗੱਲ ਕਰ ਸਕਦਾ ਵੀ ਇਹਦੇ ਵਿੱਚੋਂ, ਤਾਂ ਇਹਦੇ ਵਿੱਚ ਗੱਲ ਕਰਦੇ ਨੇ ਜੀ ਮਾਰਕਸਵਾਦੀ, ਠੀਕ ਹੈ। ਕਾਰਲ ਮਾਰਕਸ ਦਾ ਵਿਚਾਰ ਸੀ ਇਹ, ਠੀਕ ਹੈ। ਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਪੂਰੀ ਡਿਟੇਲ ਦੇ ਵਿੱਚ, ਮਾਰਕਸ ਨੂੰ ਕਰਾਂਗੇ ਆਪਾਂ, ਪੜਾਂਗੇ ਇਹਨੂੰ, ਇਹਦੇ ਬਹੁਤ ਸਾਰੇ ਕਨਸੈਪਟ ਸੀਗੇ, ਉਹਨਾਂ ਬਾਰੇ ਸਾਰੇ ਵਿੱਚ ਡਿਟੇਲ ਦੇ ਵਿੱਚ ਕਰਾਂਗੇ ਆਪਾਂ, ਠੀਕ ਹੈ। 30 ਨੰਬਰ ਕੁਐਸਚਨ ਦੇਖ ਲੈਂਦੇ ਆ, ਜਿਹੜਾ ਜਸਟਿਸ ਸ਼ਬਦ ਹੈ, ਦੇਖੋ ਕਈ ਵਾਰ ਕੁਐਸਚਨ ਬਣਾ ਚੁੱਕਿਆ ਹੈ, ਜਸਟਿਸ ਸ਼ਬਦ ਹੈ, ਠੀਕ ਹੈ। ਤੇ ਜ਼ਿਆਦਾਤਰ ਸੰਸਪਤੀ ਸ਼ਬਦ ਕਿਹੜੀ ਭਾਸ਼ਾ ਤੋਂ ਲਏ ਗਏ ਨੇ, ਜ਼ਿਆਦਾਤਰ ਸਾਰੀਆਂ ਭਾਸ਼ਾ ਸਾਰੇ ਸ਼ਬਦ ਤਾਂ ਨਹੀਂ ਲਏ ਗਏ ਪਰ ਜ਼ਿਆਦਾਤਰ, ਠੀਕ ਹੈ। ਜਿਵੇਂ ਲਿਬਰਲ ਸ਼ਬਦ ਲਿਆ ਗਿਆ ਸੀਗਾ, ਠੀਕ ਹੈ, ਜਾਂ 2 ਕੁਐਸਚਨ ਹੋਰ ਵੀ ਆਪਾਂ ਦੇਖਿਆ ਸੀਗਾ। ਗ੍ਰੀਕ ਭਾਸ਼ਾ ਤੋਂ ਹੈ, ਫ੍ਰੈਂਚ ਤੋਂ ਹੈ, ਠੀਕ ਹੈ। ਤਾਂ ਇਹਦਾ ਆਨਸਰ ਆਊਗਾ ਜੀ ਲੈਟਿਨ ਭਾਸ਼ਾ ਤੋਂ, ਠੀਕ ਹੈ। C ਆਨਸਰ ਆਊਗਾ ਇਹਦਾ, ਲੈਟਿਨ ਭਾਸ਼ਾ ਤੋਂ ਲਿਆ ਗਿਆ। 31 ਨੰਬਰ ਕੁਐਸਚਨ, ਪਾਰਟੀਆਂ ਬਾਰੇ ਕੁਐਸਚਨ ਪੁੱਛੇ ਜਾ ਰਹੇ ਨੇ। DMK ਬਾਰੇ ਕਈ ਵਾਰ ਕੁਐਸਚਨ ਪੁੱਛਿਆ ਜਾ ਚੁੱਕਾ ਹੈ। DMK ਪਾਰਟੀ ਕਿਹੜੇ ਰਾਜ ਨਾਲ ਸੰਬੰਧਿਤ ਹੈ। DMK ਦਾ ਮਤਲਬ ਕੀ ਹੁੰਦਾ ਹੈ, ਦ੍ਰਵਿੜ ਮੁਨੇਤਰਾ ਕਾਕਚਮ, ਠੀਕ ਹੈ। ਤਾਂ ਇਹ ਕਿਹੜੀ ਪਾਰਟੀ ਨੂੰ ਸਟੇਟ ਨੂੰ ਬਿਲੋਂਗ ਕਰਦੀ ਹੈ, ਤਾਂ ਇਹ ਤਮਿਲਨਾਡੂ ਨੂੰ ਬਿਲੋਂਗ ਕਰਦੀ ਹੈ। ਜੈਲਲਿਤਾ ਦੀ ਪਾਰਟੀ ਜਿਹੜੀ ਹੈ ਹੁਣ ਐਟ ਪ੍ਰੈਜੈਂਟ ਵਿਰੋਧੀ ਧਿਰ ਦੇ ਵਿੱਚ ਹੈ, ਸੱਤਾ ਦੇ ਵਿੱਚ ਨਹੀਂ ਹੈਗੀ, ਇਸ ਤੋਂ ਪਹਿਲਾਂ ਸੱਤਾ ਦੇ ਵਿੱਚ ਸੀ ਇਹ। 32 ਨੰਬਰ ਕੁਐਸਚਨ, ਚਿਪਕੋ ਅੰਦੋਲਨ ਤੋਂ ਕੀ ਭਾਵ ਹੈ, ਠੀਕ ਹੈ। ਤਾਂ ਮੂਵਮੈਂਟ ਤੋਂ ਚਿਪਕੋ ਅੰਦੋਲਨ ਬਾਰੇ ਕੁਐਸਚਨ ਇਸ ਵਾਰੀ ਪੁੱਛਿਆ ਗਿਆ ਸੀ, ਚਿਪਕੋ ਅੰਦੋਲਨ। ਤਾਂ ਇਹਦਾ ਆਨਸਰ ਆਊਗਾ ਜੀ ਦਰਖਤਾਂ ਅਤੇ ਜੰਗਲਾਂ ਦੀ ਸੁਰੱਖਿਆ। ਤਾਂ ਇਹ ਤੁਹਾਨੂੰ ਪਤਾ ਵੀ ਉੱਤਰਾਖੰਡ ਦੇ ਚਮੋਲੀ ਡਿਸਟ੍ਰਿਕਟ ਦੇ ਵਿੱਚ ਜਿਹੜਾ ਸੀ ਇਹ ਅੰਦੋਲਨ ਸ਼ੁਰੂ ਹੋਇਆ ਸੀਗਾ ਸੁੰਦਰ ਲਾਲ ਬਹੁਗੁਣਾ ਦੀ ਅਗਵਾਈ ਦੇ ਵਿੱਚ। ਤਾਂ ਤੁਹਾਨੂੰ ਜਿਹੜੀ ਇੰਪੋਰਟੈਂਟ ਸਾਡੀਆਂ ਅੰਦੋਲਨ ਹੋਏ ਨੇ ਇੰਡੀਆ ਦੇ ਵਿੱਚ, ਲੇਟੈਸਟ ਅੰਦੋਲਨ ਹੋਏ ਨੇ ਜਾਂ ਇਸ ਤੋਂ ਪਹਿਲਾਂ ਜਿਹੜੇ ਫੇਮਸ ਅੰਦੋਲਨ ਹੋਏ ਨੇ, ਤਾਂ ਉਹਨਾਂ ਬਾਰੇ ਵੀ ਕੁਐਸਚਨ ਜਿਹੜਾ ਸਾਨੂੰ ਪੁੱਛਿਆ ਜਾ ਸਕਦਾ ਹੈਗਾ। 33 ਨੰਬਰ ਕੁਐਸਚਨ ਦੇਖਦੇ ਹਾਂ, ਭਾਰਤ ਵਿੱਚ ਕਿਹੜੀ ਪਾਰਟੀ ਪ੍ਰਣਾਲੀ ਪ੍ਰਚਲਿਤ ਹੈ। ਤਾਂ ਪਾਰਟੀਆਂ ਦੇਖੋ ਬਹੁਤ ਨੇਗੀਆਂ ਨਾ, 1 ਪਾਰਟੀ 2 ਪਾਰਟੀ, ਮਿਲਟਰੀ ਪ੍ਰਣਾਲੀ ਦੇਖੋ ਹੈ ਹੀ ਨਹੀਂ ਆਪਣੇ ਨਾ, ਤਾਂ ਬਹੁਤ ਪਾਰਟੀ ਹੈ ਨਾ। ਇਹਦਾ ਤੁਸੀਂ ਕਿਸੇ ਬੱਚੇ ਨੂੰ ਪੁੱਛ ਲਓਗੇ ਤਾਂ ਕੁਐਸਚਨ ਉਹਦਾ ਆਨਸਰ ਦੇ ਦੂਗਾ ਨਾ। 34 ਨੰਬਰ ਕੁਐਸਚਨ ਦੇਖ ਲੈਣਾ, ਗਰੀਬੀ ਹਟਾਓ ਦਾ ਨਾਰਾ ਕਿਹਨੇ ਦਿੱਤਾ ਸੀ। ਭਾਰਤ 'ਚ ਨਾਰੇ ਬੜੇ ਫੇਮਸ ਨੇ, ਠੀਕ ਹੈ। ਤਾਂ ਇੱਕ ਵਾਰ ਆਇਆ ਸੀਗਾ 6 ਦਿਨ ਵਾਲਾ ਕੁਐਸਚਨ, ਤੁਹਾਨੂੰ ਪਤਾ ਹੋਣਾ। ਤਾਂ ਗਰੀਬੀ ਹਟਾਓ ਦਾ ਨਾਰਾ ਬਹੁਤ ਫੇਮਸ ਹੋਇਆ ਸੀਗਾ, ਇਹ 1971 ਦੇ ਵਿੱਚ ਦਿੱਤਾ ਸੀ, ਇੰਦਰਾ ਗਾਂਧੀ ਨੇ ਦਿੱਤਾ ਸੀਗਾ। ਤਾਂ ਇਹਦਾ ਆਨਸਰ ਆ ਜੀ ਇੰਦਰਾ ਗਾਂਧੀ। 35 ਨੰਬਰ ਕੁਐਸਚਨ, ਆਇਆ ਰਾਮ ਗਿਆ ਰਾਮ, ਠੀਕ ਹੈ। ਇਹ ਕਿਹੜੇ ਰਾਜ ਨਾਲ ਸੰਬੰਧਿਤ ਹੈ। ਤਾਂ ਇਹ ਕਾਫੀ ਇੰਟਰਸਟਿੰਗ ਸਟੋਰੀ ਹੈ ਇੱਕ, ਆਇਆ ਰਾਮ ਗਿਆ ਰਾਮ। ਇਹਦਾ ਮਤਲਬ ਕਹਿੰਦਾ ਵੀ ਬਾਰ-ਬਾਰ ਆਪਣੀ ਪਾਰਟੀਆਂ ਨੂੰ ਚੇਂਜ ਕਰ ਲੈਣਾ, ਬਦਲ ਲੈਣਾ। ਤਾਂ ਇਹ 1967 ਦੀ ਗੱਲ ਹੈ, 1967 ਦੇ ਵਿੱਚ ਹੋਇਆ ਸੀ ਵਾਕਿਆ। ਇਹ ਕਾਫੀ ਰੋਚਕ ਕਹਾਣੀ ਹੈ ਇੱਕ। ਕਾਂਗਰਸ ਵੱਲੋਂ ਇੱਕ MLA, ਕਿਉਂਕਿ ਉਸ ਟਾਈਮ ਐਂਟੀ ਡਿਫੈਕਸ਼ਨ ਲਾ ਨਹੀਂ ਬਣਿਆ ਹੋਇਆ ਸੀਗਾ, ਦਲ ਬਦਲ ਕਾਨੂੰਨ 1985 ਜਾ ਕੇ ਬਣਿਆ ਹੈਗਾ। ਤਾਂ ਉਸ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਵਿਅਕਤੀ ਸੀ ਉਹ MLA ਬਣ ਜਾਂਦੇ, MP ਬਣ ਜਾਂਦੇ। ਤਾਂ ਉਹ ਜਦੋਂ ਉਹਨਾਂ ਨੂੰ ਫਾਇਦਾ ਹੁੰਦਾ ਕਿਸੇ ਪਾਰਟੀ 'ਚ ਚਲੇ ਜਾਂਦੇ, ਜਦੋਂ ਨਹੀਂ ਲੱਗਦਾ ਵੀ ਹਾਂ, ਤਾਂ ਉਹ ਮਤਲਬ ਪਾਰਟੀਆਂ ਆਪਣੀ ਬਦਲਦੇ ਰਹਿੰਦੇ ਸੀ ਲਗਾਤਾਰ, ਠੀਕ ਹੈ। ਇਸੇ ਤਰ੍ਹਾਂ ਦਾ ਇੱਕ MLA ਸੀਗਾ, ਉਹਦਾ ਨਾਮ ਸੀ ਗਿਆ ਲਾਲ ਸੀ ਉਹ। ਉਸ ਗਿਆ ਲਾਲ ਨੇ ਆਪਣੇ ਮਤਲਬ ਦੇ ਲਈ ਇੱਕ ਦਿਨ 'ਚ 3 ਪਾਰਟੀਆਂ ਬਦਲੀਆਂ ਸੀਗੀਆਂ, ਠੀਕ ਹੈ। ਤੇ ਫਿਰ ਕਾਂਗਰਸ ਦੇ ਸੀਨੀਅਰ ਨੇਤਾ ਸੀ ਸ਼ਾਇਦ ਵਰਿੰਦਰ ਰਾਓ ਸੀ ਉਹਨਾਂ ਦਾ। ਤਾਂ ਜਦੋਂ ਉਹ ਦੁਬਾਰਾ ਫਿਰ ਕਾਂਗਰਸ 'ਚ ਆ ਗਿਆ, ਠੀਕ ਹੈ, ਮਤਲਬ ਇੱਕ ਪਾਰਟੀ 'ਚ ਆਪਣੀ ਪਾਰਟੀ ਤੋਂ ਛੱਡ ਕੇ ਦੂਜੀ ਪਾਰਟੀ ਗਿਆ, ਫਿਰ ਦੁਬਾਰਾ ਫਿਰ ਇੱਕ ਪਾਰਟੀ ਛੱਡ ਕੇ ਫਿਰ ਆਪਣੀ ਪਾਰਟੀ ਦੁਬਾਰਾ ਕਾਂਗਰਸ 'ਚ ਆ ਗਿਆ ਸੀਗਾ। ਤੇ ਕਾਂਗਰਸ ਦੇ ਨੇਤਾ ਸੀ ਜਿਹੜੇ ਸੀਨੀਅਰ ਨੇਤਾ ਸੀ, ਤਾਂ ਉਹਨਾਂ ਨੇ ਉਹਨੂੰ ਕਿਹਾ ਵੀ ਅੱਜ ਇਹ ਗਿਆ ਰਾਮ ਨਹੀਂ ਹੈਗਾ, ਅੱਜ ਇਹ ਆਇਆ ਰਾਮ ਹੈ, ਠੀਕ ਹੈ। ਤਾਂ ਉੱਥੋਂ ਫਿਰ ਕੰਸੈਪਟ ਬਣ ਗਿਆ ਸੀ ਆਇਆ ਰਾਮ ਤੇ ਗਿਆ ਰਾਮ, ਠੀਕ ਹੈ। ਤੇ ਹਰਿਆਣੇ ਤੋਂ ਬਿਲੋਂਗ ਕਰਦਾ ਸੀ ਬਈ, ਇਹ ਹਰਿਆਣੇ ਨੂੰ ਕਰਦਾ, ਤਾਂ ਆਇਆ ਰਾਮ ਗਿਆ ਰਾਮ। 36 ਨੰਬਰ ਕੁਐਸਚਨ ਹੈ, 1977 ਦੇ ਵਿੱਚ ਕੇਂਦਰ ਦੇ ਵਿੱਚ ਕਿਹੜੀ ਪਾਰਟੀ ਨੇ ਸਰਕਾਰ ਬਣਾਈ ਸੀਗੀ। ਤਾਂ 77 ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਤੀ, ਤਾਂ ਉਸ ਤੋਂ ਬਾਅਦ ਜਨਤਾ ਪਾਰਟੀ ਸਰਕਾਰ ਬਣੀ ਸੀਗੀ। ਮੁਰਾਰਜੀ ਦੇਸਾਈ ਦੇ ਪਹਿਲੇ ਪ੍ਰਧਾਨ ਮੰਤਰੀ ਬਣਦੇ ਨੇਗੇ। ਪਹਿਲੀ ਗੈਰ ਕਾਂਗਰਸੀ ਸਰਕਾਰ ਸੀ ਇਹ 1977 ਦੇ ਬਣਨ ਵਾਲੀ, ਤਾਂ ਯਾਦ ਰੱਖਣਾ ਹੈ। 37 ਨੰਬਰ ਕੁਐਸਚਨ, ਸਮੁੱਚੇ ਇਨਕਲਾਬ ਦੇ ਨਾਲ ਸੰਪੂਰਨ ਕ੍ਰਾਂਤੀ ਜਾਂ ਪੂਰਨ ਕ੍ਰਾਂਤੀ ਦੇ ਨਾਲ ਕੌਣ ਸੰਬੰਧਿਤ ਸੀ। ਤਾਂ ਜੈ ਪ੍ਰਕਾਸ਼ ਨਾਰਾਇਣ ਜਿਹੜੇ ਸੀਗੇ
ਇਹਨਾਂ ਨੇ ਇੱਕ ਅੰਦੋਲਨ ਚਲਾਇਆ ਸੀਗਾ ਸੰਪੂਰਨ ਕ੍ਰਾਂਤੀ ਦਾ, ਤੇ ਨਾਰਾ ਵੀ ਦਿੱਤਾ ਸੀ ਸੰਪੂਰਨ ਕ੍ਰਾਂਤੀ ਦਾ, ਯਾਦ ਰੱਖਣਾ ਜੀ ਜੈ ਪ੍ਰਕਾਸ਼ ਨਾਰਾਇਣ। ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਤਾਂ ਉਸ ਟਾਈਮ ਦੇ ਵਿੱਚ ਅੰਦੋਲਨ ਚੱਲਿਆ ਸੀਗਾ ਜਿਹਦਾ ਨਾਮ ਸੀਗਾ ਸੰਪੂਰਨ ਕ੍ਰਾਂਤੀ ਦਾ ਅੰਦੋਲਨ। 38 ਨੰਬਰ ਕੁਐਸਚਨ, ਲੋਕ ਸਭਾ ਦੇ ਵਿੱਚ 2014 ਦੇ ਵਿੱਚ ਬੀਜੇਪੀ ਨੂੰ ਪ੍ਰਾਪਤ ਵੋਟਾਂ ਦੀ ਪਰਸੈਂਟੇਜ ਦੱਸਣੀ ਅਸੀਂ। ਤਾਂ ਇਹ ਲੇਟੈਸਟ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਮ ਜਿਹੜੀ ਚੋਣਾਂ ਹੁੰਦੀਆਂ ਨੇ ਸਾਡੀਆਂ, ਜਿਵੇਂ 2019 ਦਾ ਡਾਟਾ ਤੁਹਾਨੂੰ ਪੁੱਛਿਆ ਜਾ ਸਕਦਾ ਵੀ 2019 ਦੇ ਵਿੱਚ ਬੀਜੇਪੀ ਨੇ ਕਿੰਨੀਆਂ % ਵੋਟਾਂ ਹਾਸਲ ਕੀਤੀਆਂ ਨੇ, ਜਾਂ ਫਿਰ ਜੇ ਮੰਨ ਲਓ ਹੁਣ ਤੁਹਾਡਾ ਪੇਪਰ ਇਲੈਕਸ਼ਨ ਤੋਂ ਬਾਅਦ ਹੁੰਦਾ ਹੈ ਤਾਂ ਤੁਹਾਨੂੰ ਪੁੱਛਿਆ ਜਾ ਸਕਦਾ ਕੁਐਸਚਨ ਵੀ ਜਿਹੜੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਤਾਂ ਉਸ ਪਾਰਟੀ ਨੇ ਕਿੰਨੇ % ਵੋਟਾਂ ਹਾਸਲ ਕੀਤੀਆਂ ਨੇਗੀਆਂ, ਕਿੰਨੇ % ਮਤਲਬ ਮਤ ਹਾਸਲ ਕੀਤੇ ਨੇ, ਹਨਾ। ਤਾਂ ਉਸ ਟਾਈਮ ਇਹਦਾ ਆਨਸਰ ਬਣਦਾ ਸੀਗਾ 31.5%, ਠੀਕ ਹੈ, 31.5%। 39 ਨੰਬਰ ਕੁਐਸਚਨ ਤੁਸੀਂ ਸਾਰੇ ਜਾਣਦੇ ਹੋਵੋਗੇ, ਭਾਸ਼ਾ ਦੇ ਆਧਾਰ ਤੇ ਪੰਜਾਬ ਦਾ ਜਿਹੜਾ ਪੁਨਰਗਠਨ ਕੀਤਾ ਗਿਆ ਸੀ 1966 ਚ ਕੀਤਾ ਗਿਆ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਇਹ। 40 ਨੰਬਰ ਕੁਐਸਚਨ ਦੇਖ ਲੈਣੇ, ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀਗਾ 1973 ਦੇ ਵਿੱਚ ਆਇਆ ਸੀ ਇਹ, ਤਾਂ ਇਹ ਕਿਸ 'ਚ ਜ਼ੋਰ ਦਿੰਦਾ ਸੀਗਾ, ਤਾਂ ਇਹ ਦਿੰਦਾ ਸੀ ਜੀ ਮੋਰ ਆਟੋਨੋਮੀ ਟੂ ਸਟੇਟ, ਮਤਲਬ ਰਾਜਾਂ ਨੂੰ ਵੱਧ ਤੋਂ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ ਇਹ, ਤਾਂ ਕਾਫੀ ਇੰਪੋਰਟੈਂਟ ਹੈ, ਅਕਾਲੀ ਦਲ ਵੱਲੋਂ ਲੈ ਕੇ ਆਂਦਾ ਗਿਆ ਸੀ ਮਤਾ ਇਹ। 41 ਨੰਬਰ ਕੁਐਸਚਨ ਦੇਖ ਲੈਣੇ, ਸੰਤ ਹਰਚੰਦ ਸਿੰਘ ਲੌਂਗੋਵਾਲ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਸੀਗੇ, ਤਾਂ ਜਿਹੜੇ ਸੰਤ ਹਰਚੰਦ ਸਿੰਘ ਲੌਂਗੋਵਾਲ ਸੀਗੇ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਬਿਲੋਂਗ ਕਰਦੇ ਸੀਗੇ। ਸ਼੍ਰੋਮਣੀ ਅਕਾਲੀ ਦਲ ਇਹ ਵੀ ਲਿਖਿਆ ਹੈ, ਠੀਕ ਹੈ, ਤਾਂ ਇਹ ਨੂੰ ਨਹੀਂ, ਇਹ ਸ਼੍ਰੋਮਣੀ ਅਕਾਲੀ ਦਲ ਨੂੰ ਬਿਲੋਂਗ ਕਰਦੇ ਸੀਗੇ। 42 ਨੰਬਰ ਕੁਐਸਚਨ ਦੇਖ ਲੈਣੇ ਆ, ਕਿਸ ਪਾਰਟੀ ਨੇ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕੀਤੀ ਸੀ। ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਵੀ ਇਹ ਧਰਮ ਯੁੱਧ ਮੋਰਚਾ ਬੇਸਿਕਲੀ ਵੈਸੇ ਤਾਂ 1947 ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀਗਾ, ਪਰ ਪਰਟੀਕੂਲਰ 1980-82 ਦੇ ਨੇੜੇ ਤੇੜੇ ਜਾ ਕੇ ਸ਼ੁਰੂ ਹੋਇਆ ਸੀ ਅੰਦੋਲਨ ਇਹ, ਤਾਂ ਸ਼੍ਰੋਮਣੀ ਅਕਾਲੀ ਦਲ ਦਾ ਆਨਸਰ ਆਊਗਾ ਇਹਦਾ। 43 ਨੰਬਰ ਕੁਐਸਚਨ ਦੇਖ ਲੈਣੇ, ਪੰਜਾਬ ਵਿੱਚ ਕਿਹੜੀ ਪਾਰਟੀ ਨਹੀਂ ਹੈ, ਤਾਂ ਉਸ ਟਾਈਮ ਦਾ 2016 ਦਾ ਕੁਐਸਚਨ ਪੁੱਛਿਆ ਗਿਆ ਸੀ, ਪੰਜਾਬ 'ਚ ਕਿਹੜੀ ਪਾਰਟੀ ਨਹੀਂ ਹੈ, ਤਾਂ ਬਹੁਜਨ ਸਮਾਜ ਪਾਰਟੀ। ਜੇ ਹੁਣ ਵੀ ਆਪਾਂ ਦੇਖ ਲੈਂਦੇ ਤਾਂ ਹੁਣ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦੇ ਬਾਰੇ, ਤਾਂ ਬਹੁਜਨ ਸਮਾਜ ਪਾਰਟੀ ਹੈਗੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਹੈਗੀ ਹੈ, ਭਾਰਤੀ ਜਨਤਾ ਪਾਰਟੀ ਵੀ ਹੈਗੀ ਹੈ, ਪੀਪਲ ਪਾਰਟੀ ਆਫ ਇੰਡੀਆ, ਪੀਪਲ ਪਾਰਟੀ ਆਫ ਪੰਜਾਬ ਜਿਹੜੀ ਇਸ ਵਿੱਚ ਨਹੀਂ ਹੈਗੀ, ਕਿਉਂਕਿ ਪੀਪਲ ਪਾਰਟੀ ਆਫ ਪੰਜਾਬ ਦਾ ਜਿਹੜਾ ਖਾਤਮਾ ਕਰ ਦਿੱਤਾ ਗਿਆ ਸੀ। ਮਨਪ੍ਰੀਤ ਬਾਦਲ ਨੇ 2011 ਚ ਪਾਰਟੀ ਬਣਾਈ ਸੀ, ਪਰ ਬਾਅਦ ਦੇ ਵਿੱਚ ਇਹਨਾਂ ਨੇ PPP ਤੇ ਨਾਮ ਕਰਕੇ ਪੀਪਲ ਪਾਰਟੀ ਆਫ ਪੰਜਾਬ ਤੇ ਇਹਨੂੰ ਖਤਮ ਕਰ ਦਿੱਤਾ ਗਿਆ ਸੀਗਾ। 44 ਨੰਬਰ ਕੁਐਸਚਨ ਦੇਖ ਲੈਣੇ, ਪੰਜਾਬ ਰਾਜਨੀਤੀ ਵਿੱਚ ਕਿਹੜੀ ਪਾਰਟੀ ਨਵੀਂ ਹੈ, ਤਾਂ 2016 ਦੀ ਗੱਲ ਕਰ ਰਿਹਾ ਸੀ ਕੁਐਸਚਨ ਦੀ ਇਹ, ਹਨਾ, 2016 ਚ ਕੁਐਸਚਨ ਪੁੱਛਿਆ ਗਿਆ, ਤਾਂ ਉਸ ਟਾਈਮ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਆਈ ਸੀ ਨਵੀਂ, ਉਹ ਆਈ ਸੀ ਜੀ ਆਮ ਆਦਮੀ ਪਾਰਟੀ। ਸੁੱਚਾ ਸਿੰਘ ਛੋਟੇਪੁਰ ਇਹ ਉਸ ਟਾਈਮ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੀਗੇ, ਤਾਂ ਇਹਦੇ ਬਾਰੇ ਕੁਐਸਚਨ ਪੁੱਛਿਆ ਗਿਆ, ਠੀਕ ਹੈ। ਸੁੱਚਾ ਸਿੰਘ ਛੋਟੇਪੁਰ ਇਹ ਬਾਅਦ ਦੇ ਵਿੱਚ ਵੀ ਕੁਐਸਚਨ ਆਇਆ ਸੀ, ਭਗਵੰਤ ਮਾਨ ਬਾਰੇ ਆਇਆ ਸੀਗਾ ਵੀ ਭਗਵੰਤ ਮਾਨ ਕਿਹੜੀ ਪਾਰਟੀ ਨੂੰ ਜਦੋਂ ਇਹ ਨਹੀਂ, ਜਾਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਕੌਣ ਹੈਗਾ, ਤਾਂ ਇਹਦੇ ਬਾਰੇ ਕੁਐਸਚਨ ਤੁਹਾਨੂੰ ਪਤਾ ਹੋਣਾ ਚਾਹੀਦਾ। ਜਿਹੜੀ ਸਟੇਟ ਦੀ ਪਾਰਟੀਆਂ ਨੇ ਜਾਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਦੇ ਪ੍ਰਧਾਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਉਹਨਾਂ ਦੀ ਸਟੈਬਲਿਸ਼ਮੈਂਟ ਕਦੋਂ ਹੋਈ ਹੈ, ਉਹਨਾਂ ਬਾਰੇ ਐਵਰੀਥਿੰਗ, ਮਤਲਬ ਸਾਰਾ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ ਉਹਦੇ ਬਾਰੇ, ਵੀ ਉਹਨਾਂ ਦਾ ਪ੍ਰਧਾਨ ਕੌਣ ਹੈ ਇਸ ਟਾਈਮ, ਉਹਨਾਂ ਦੀ ਸਟੈਬਲਿਸ਼ਮੈਂਟ ਕਦੋਂ ਹੋਈ ਹੈ, ਉਹਨਾਂ ਨੇ ਕਦੋਂ ਸਰਕਾਰ ਬਣਾਈ ਹੈ, ਠੀਕ ਹੈ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦੇ ਬਾਰੇ, ਤੇ ਇਹਦਾ ਆਨਸਰ ਆਪ ਆਊਗਾ। 46 ਨੰਬਰ ਕੁਐਸਚਨ ਦੇਖ ਲੈਣੇ, ਬਲਵੰਤ ਰਾਏ ਮਹਿਤਾ ਕਮੇਟੀ ਦੀ ਜਿਹੜੀ ਰਿਪੋਰਟ ਹੈ ਕਿਹਦੇ ਨਾਲ ਸੰਬੰਧਿਤ ਹੈ। ਬਲਵੰਤ ਰਾਏ ਮਹਿਤਾ ਕਮੇਟੀ ਕਾਫੀ ਫੇਮਸ ਹੈਗੀ, ਤਾਂ 1956 ਦੇ ਵਿੱਚ ਇਹਦਾ ਗਠਨ ਕੀਤਾ ਗਿਆ ਸੀ, 57 ਚ ਨੇ ਆਪਣੀ ਰਿਪੋਰਟ ਦਿੱਤੀ ਸੀ, ਤੇ ਫਿਰ ਇੰਡੀਆ ਦੇ ਵਿੱਚ ਪੰਚਾਇਤੀ ਰਾਜ ਨੂੰ ਸਟੈਬਲਿਸ਼ ਕੀਤਾ ਗਿਆ ਸੀਗਾ। 73 ਅਮੈਂਡਮੈਂਟ ਦੇ ਦੁਆਰਾ ਫਿਰ ਪੰਚਾਇਤੀ ਰਾਜ ਨੂੰ ਸੰਵਿਧਾਨਿਕ ਦਰਜਾ ਪ੍ਰਦਾਨ ਕੀਤਾ ਗਿਆ। 47 ਨੰਬਰ ਕੁਐਸਚਨ ਦੇਖ ਲੈਣੇ, ਕਿਹੜੀ ਧਾਰਨਾ ਮਹਾਤਮਾ ਗਾਂਧੀ ਦੇ ਨਾਲ ਸੰਬੰਧਿਤ ਹੈ, ਤਾਂ ਇਹ ਕੁਐਸਚਨ ਦੁਬਾਰਾ ਵੀ ਰਿਪੀਟ ਹੋਇਆ ਹੋਇਆ ਕੁਐਸਚਨ, ਇਹ ਇਸ ਤੋਂ ਬਾਅਦ ਵੀ ਆਇਆ ਸੀਗਾ। ਤਾਂ ਮਹਾਤਮਾ ਗਾਂਧੀ ਨਾਲ ਇਹਨਾਂ ਵਿੱਚੋਂ ਕਿਹੜੀ ਧਾਰਨਾ ਸੰਬੰਧਿਤ ਹੈ ਜੀ, ਅਮਾਨਤਕਾਰੀ, ਜਿਹਨੂੰ ਅਸੀਂ ਟਰਸਟੀਸ਼ਿਪ ਦੇ ਨਾਮ ਨਾਲ ਵੀ ਜਾਣਦੇ ਹਾਂ, ਜਿਹਦੇ ਵਿੱਚ ਗਾਂਧੀ ਇਹ ਕਹਿੰਦੇ ਨੇ ਵੀ ਜੇ ਤੁਹਾਡੇ ਅੰਦਰ ਪਰਿਵਰਤਨ ਆਇਆ, ਠੀਕ ਹੈ, ਤਾਂ ਹੀ ਤੁਸੀਂ ਕਿਸੇ ਪ੍ਰਤੀ ਆਪਣਾ ਜਿਹੜਾ ਚੰਗਾ ਵਿਵਹਾਰ ਉਹ ਕਰ ਸਕਦੇ ਹੋ, ਤਾਂ ਪਰਿਵਰਤਨ ਆਪਣੇ ਆਪ ਆਊਗਾ, ਠੀਕ ਹੈ, ਇਹਨੂੰ ਅਮਾਨਤਕਾਰੀ ਦਾ ਨਾਮ ਵੀ ਦੇ ਦਿੰਦੇ ਅਸੀਂ, ਟਰਸਟੀਸ਼ਿਪ। 48 ਨੰਬਰ ਕੁਐਸਚਨ ਦੇਖ ਲੈਣੇ ਆ, ਉਦਾਰਵਾਦ ਇੱਕ ਵਿਅਕਤੀ ਵਿਸ਼ੇਸ਼ ਦੀ ਸਥਿਤੀ ਕੀ ਹੈ। ਉਦਾਰਵਾਦ ਦੇ ਵਿੱਚ ਖੁਦ ਗਰਜ਼ ਹਸਤੀ ਦੀ ਖੁਆ ਨਹੀਂ ਸਕਦਾ, ਅੰਧ ਵਿਸ਼ਵਾਸੀ ਵੀ ਨਹੀਂ ਆ ਸਕਦਾ ਹੈਗਾ, ਵਿਵੇਕਸ਼ੀਲ ਆਜ਼ਾਦ ਵਿਅਕਤੀ, ਤਾਂ ਇਹ ਦੋਨੇ ਆਨਸਰ ਬਣਨੇ ਚਾਹੀਦੇ ਸੀ, ਇਸ ਕਰਕੇ ਇਹਦਾ ਨੰਬਰ ਸ਼ਾਇਦ ਗ੍ਰੇਸ ਮਿਲਿਆ ਸੀਗਾ, ਠੀਕ ਹੈ। 48 ਦਾ 49 ਨੰਬਰ ਕੁਐਸਚਨ ਦੇਖ ਲੈਣੇ, ਵਰਗ ਸੰਘਰਸ਼, ਠੀਕ ਹੈ, ਜਿਹੜਾ ਸੀਗਾ ਧਾਰਨਾ ਜਿਹੜੀ ਸੀ ਕਿਹਨੇ ਦਿੱਤੀ ਸੀ, ਤਾਂ ਇਹ ਦਿੱਤੀ ਸੀ ਜੀ ਕਾਰਲ ਮਾਰਕਸ ਦੀ ਧਾਰਨਾ ਇਹ, ਠੀਕ ਹੈ, ਤਾਂ ਇਹਦਾ ਆਨਸਰ ਆਊਗਾ ਜੀ ਬੀ ਆਨਸਰ। 50 ਨੰਬਰ ਕੁਐਸਚਨ ਦੇਖ ਲੈਣੇ, ਵਿਗਿਆਨਿਕ ਸਮਾਜਵਾਦ ਤੇ ਕਿਸ ਨੇ ਧਿਆਨ ਦਿੱਤਾ ਸੀ। ਵਿਗਿਆਨਿਕ ਸਮਾਜ, ਪਹਿਲੀ ਵਾਰ ਵਿਗਿਆਨਿਕ ਸਮਾਜਵਾਦ ਦੀ ਗੱਲ ਕਿਹਨੇ ਕੀਤੀ ਸੀ, ਤਾਂ ਉਹ ਕੀਤੀ ਸੀ ਕਾਰਲ ਮਾਰਕਸ ਦੁਆਰਾ। 50 ਨੰਬਰ ਕੁਐਸਚਨ ਦੇਖਦੇ ਹਾਂ, ਕਾਰਲ ਮਾਰਕਸ ਦਾ ਕਰੀਬੀ ਸਹਿਯੋਗੀ ਕੌਣ ਸੀ, ਠੀਕ ਹੈ, ਜਿਹਦੇ ਨਾਲ ਉਹਨੇ ਮਿਲ ਕੇ ਮੈਨੀਫੈਸਟੋ, ਕਮਿਊਨਿਸਟ ਮੈਨੀਫੈਸਟੋ ਤਿਆਰ ਕੀਤਾ ਸੀ 1848 ਦੇ ਵਿੱਚ, ਤਾਂ ਉਹ ਸੀ ਜੀ F ਐਂਜਲਸ, ਠੀਕ ਹੈ, ਐਂਜਲਸ ਦੇ ਨਾਲ ਮਿਲ ਕੇ ਉਹਨੇ ਜਿਹੜਾ ਕਮਿਊਨਿਸਟ ਮੈਨੀਫੈਸਟੋ ਤਿਆਰ ਕੀਤਾ ਸੀਗਾ। 52 ਨੰਬਰ ਕੁਐਸਚਨ ਦੇਖ ਲੈਂਦੇ ਹਾਂ, ਹਿੰਦ ਸਵਰਾਜ, ਹੁਣ ਤੀਜੀ ਵਾਰ ਕੁਐਸਚਨ ਮੈਂ ਦੇਖ ਰਿਹਾ ਹਾਂ, ਹਿੰਦ ਸਵਰਾਜ ਦਾ ਕੁਐਸਚਨ ਪੁੱਛਿਆ ਜਾ ਰਿਹਾ ਹੈਗਾ, ਹਿੰਦ ਸਵਰਾਜ ਦੇ ਲੇਖਕ ਦੀ ਪਛਾਣ ਕਰਨੀ ਹੈ, ਤਾਂ ਇਹ ਤੁਹਾਨੂੰ ਪਤਾ ਵੀ MK ਗਾਂਧੀ। ਹੁਣ ਕਈ ਵਾਰ ਆਪਾਂ MK ਗਾਂਧੀ ਤੋਂ ਉਲਝ ਜਾਂਦੇ ਹਾਂ ਵੀ MK ਗਾਂਧੀ ਕਢਾ ਗਿਆ ਹੈ ਨਾ, ਤਾਂ ਮੋਹਨਦਾਸ ਕਰਮਚੰਦ ਗਾਂਧੀ, ਤੁਹਾਨੂੰ ਪਤਾ ਵੀ ਮਹਾਤਮਾ ਗਾਂਧੀ ਦਾ ਪੂਰਾ ਨਾਮ ਸੀ MK ਗਾਂਧੀ, ਤੇ ਇਹਦਾ ਆਨਸਰ ਆਊਗਾ ਜੀ MK ਗਾਂਧੀ।
53 ਨੰबर क्वेश्चन देखते हैं, ਸਰਵੋਦਿਆ ਨੇਤਾ ਦੀ ਪਛਾਣ ਕਰਨੀ ਹੈ। ਦੂਜੀ ਵਾਰ क्वेश्चन आया है ਸਰਵੋਦਿਆ ਨੇਤਾ ਕੌਣ ਸੀ ਇਹਨਾਂ ਵਿੱਚੋਂ। ਸਰਵੋਦਿਆ ਮਤਲਬ ਕਿ ਸਾਰਿਆਂ ਦਾ ਭਲਾ। ਤਾਂ ਸਰਵੋਦਿਆ ਦਾ ਨੇਤਾ ਕੌਣ ਸੀ ਜੀ ਇਹਦੇ ਵਿੱਚੋਂ? ਇਹ ਸੀਗੇ ਜੀ ਵਿਨੋਬਾ ਭਾਵੇ। ਵੀ ਆਨਸਰ ਆਊਗਾ ਇਹਦਾ ਵਿਨੋਬਾ ਭਾਵੇ। ਮਹਾਤਮਾ ਗਾਂਧੀ ਨੇ ਆਪਣੇ ਵਿਚਾਰ ਕਿਤੋਂ ਲਏ ਸੀ? ਮਹਾਤਮਾ ਗਾਂਧੀ ਥੋਰੇ ਤੋਂ ਹੀ ਪ੍ਰਭਾਵਿਤ ਸੀਗੇ, ਟੋਲਸਟਾਏ ਤੋਂ ਹੀ ਪ੍ਰਭਾਵਿਤ ਸੀਗੇ, ਐਮਰਸਨ ਤੋਂ ਹੀ ਪ੍ਰਭਾਵਿਤ ਸੀਗੇ। ਤੇ ਇਹਦਾ ਮਤਲਬ ਇਹਦਾ ਆਨਸਰ ਆ ਜਾਊਗਾ ਜੀ ਡੀ ਆਨਸਰ, 54 ਦਾ ਡੀ ਆਨਸਰ। 55 ਨੰਬਰ क्वेश्चन देख ਲੈਣੇ ਆ। ਭਾਰਤੀ ਸੰਸਦ ਵਿੱਚ ਕਿਹੜਾ ਸਦਨ ਉੱਪਰਲਾ ਸਦਨ ਅਖਾਉਂਦਾ ਹੈ? ਦੋ ਸਦਨ ਨੇ ਤੁਹਾਨੂੰ ਪਤਾ ਹੈ, ਲੋਕ ਸਭਾ ਹੈ ਤੇ ਰਾਜ ਸਭਾ ਹੈ, ਠੀਕ ਹੈ। ਤੇ ਇਹ ਚੋਂ ਹੁਣ ਉੱਪਰਲਾ ਸਦਨ ਕਿਹੜਾ ਅਖਾਉਂਦਾ ਹੈਗਾ? ਤਾਂ ਤੁਹਾਨੂੰ ਪਤਾ ਵੀ ਲੋਕ ਸਭਾ ਰਾਜ ਸਭਾ, ਤਾਂ ਲੋਕ ਸਭਾ ਹੇਠਲਾ ਸਦਨ ਹੈ ਤੇ ਰਾਜ ਸਭਾ ਉੱਪਰਲਾ ਸਦਨ ਹੈ, ਠੀਕ ਹੈ। ਤੇ ਕਮੈਂਟ ਤੁਸੀਂ ਸਾਰੇ ਕਰਿਆ ਕਰੋ ਬਈ, ਬਹੁਤ ਘੱਟ ਸਟੂਡੈਂਟਸ ਜਿਹੜੇ ਨੇ ਕਮੈਂਟ ਕਰਦੇ ਨੇਗੇ, ਤਾਂ ਕਮੈਂਟ ਕਰਕੇ ਦੱਸਿਆ ਕਰੋ। ਤੁਹਾਨੂੰ ਤੁਹਾਡਾ ਆਪ ਦਾ ਵੀ ਇੱਕ ਹੌਸਲਾ ਵੱਧਦਾ ਇਹਦੇ ਨਾਲ, ਸਾਡਾ ਵੀ ਹੌਸਲਾ ਵੱਧਦਾ ਇਹਦੇ ਨਾਲ। ਤੇ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਵੇਂ ਪਸੰਦ ਆ ਰਹੀ ਹੈ ਜਾਂ ਨਹੀਂ ਆ ਰਹੀ ਹੈਗੀ, ਜਾਂ ਇਹਦੇ ਵਿੱਚ ਅਸੀਂ ਕੀ ਕਮੀ ਹੈਗੀ ਇਹਨੂੰ ਅਸੀਂ ਦੂਰ ਕਰ ਸਕਦੇ ਹੋਵਾਂਗੇ। ਕਿਹੜੀ ਵੀਡੀਓ ਤੁਹਾਨੂੰ ਚਾਹੀਦੀ ਹੈ, ਐਮਰਜੈਂਸੀ ਤੌਰ ਤੇ ਚਾਹੀਦੀ ਹੈ ਜਾਂ ਫਿਰ ਉਹਨੂੰ ਅੱਜ ਦੀ ਟਾਈਮ ਦੇ ਵਿੱਚ ਚਾਹੀਦੀ ਹੈ, ਤਾਂ ਉਹ ਮੈਨੂੰ ਦੱਸ ਦਿਆ ਕਰੋ ਤੁਸੀਂ ਕਿਹੜੀ ਵੀਡੀਓ ਚਾਹੀਦੀਆਂ ਨੇ, ਤਾਂ ਉਸ ਵੀਡੀਓ ਦੇ ਉੱਪਰ ਕੰਮ ਕੀਤਾ ਜਾ ਸਕਦਾ ਹੈਗਾ। 2016 ਦਾ ਕੁਐਸਚਨ ਪੁੱਛਿਆ ਗਿਆ ਹੈ, ਤਾਂ ਉਸ ਟਾਈਮ ਦਾ ਰਾਸ਼ਟਰਪਤੀ ਪੁੱਛਿਆ ਗਿਆ ਸੀ। ਰਾਸ਼ਟਰਪਤੀ ਕੌਣ ਹੈ? ਤਾਂ ਇਹਦਾ ਆਨਸਰ ਤਾਂ ਉਦੋਂ ਤਾਂ ਬਣਦਾ ਸੀ ਪ੍ਰਣਬ ਮੁਖਰਜੀ, ਪਰ ਜੇ ਹੁਣ ਪੁੱਛਿਆ ਜਾਊਗਾ ਤਾਂ ਹੁਣ ਬਣੂਗਾ ਇਹਦਾ ਆਨਸਰ ਉਹ ਰਾਮਨਾਥ ਕੋਵਿੰਦ। ਪਰ ਜੇ ਜੂਨ 2022 ਤੋਂ ਬਾਅਦ ਪੁੱਛਿਆ ਜਾਊਗਾ ਤਾਂ ਉਹ ਹੋ ਸਕਦਾ ਵੀ ਰਾਮਨਾਥ ਕੋਵਿੰਦ ਹੀ ਹੋਣ ਜਾਂ ਫਿਰ ਹੋਰ ਵਿਅਕਤੀ ਹੋ ਸਕਦਾ, ਕਿਉਂਕਿ ਨਵੇਂ ਰਾਸ਼ਟਰਪਤੀ ਚੋਣ ਜਿਹੜੀ ਅਸੀਂ ਉਹ ਜੂਨ 2022 ਤੋਂ ਬਾਅਦ ਕਰਾਂਗੇ। 57 ਨੰਬਰ क्वेश्चन, ਭਾਰਤ ਦੇ ਪਹਿਲੇ ਰਾਸ਼ਟਰਪਤੀ ਤੁਹਾਨੂੰ ਪਤਾ ਹੈ ਤਾਂ ਸਿੰਪਲ ਪਤਾ ਹੋਊਗਾ ਨਾ, ਬੱਚੇ ਨੂੰ ਪਤਾ ਹੋਊਗਾ, ਰਾਜਿੰਦਰ ਪ੍ਰਸਾਦ ਸੀਗੇ। 58 ਨੰਬਰ क्वेश्चन, ਭਾਰਤ ਦੇ ਰਾਸ਼ਟਰਪਤੀ ਦਾ ਸੇਵਾ ਕਾਲ ਕੀ ਹੈ? ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ 5 ਸਾਲ ਭਾਰਤ ਦੇ ਰਾਸ਼ਟਰਪਤੀ ਦਾ ਸੇਵਾ ਕਾਲ ਹੁੰਦਾ, ਕਾਰਜਕਾਲ ਹੁੰਦਾ। 59 ਨੰਬਰ क्वेश्चन ਦੇਖ ਲੈਂਦੇ ਆ। ਸੰਵਿਧਾਨ ਦਾ ਕਿਹੜਾ ਆਰਟੀਕਲ ਭਾਰਤ ਦੇ ਰਾਸ਼ਟਰਪਤੀ ਤੇ ਮਹਾਦੋਸ਼, ਠੀਕ ਹੈ, ਤਾਂ ਭਾਰਤ ਦੇ ਰਾਸ਼ਟਰਪਤੀ ਨੂੰ ਮਹਾਦੋਸ਼ ਲਾ ਕੇ, ਇੰਪੀਚਮੈਂਟ ਲਾ ਕੇ ਤੁਸੀਂ ਹਟਾ ਸਕਦੇ ਹੋਗੇ, ਸੰਸਦ ਹਟਾ ਸਕਦੀ ਸਾਡੀ। ਤਾਂ ਆਰਟੀਕਲ ਨੰਬਰ 61 ਦੇ ਵਿੱਚ ਇਹਦਾ ਵਰਣਨ ਜਿਹੜਾ ਉਹ ਕੀਤਾ ਗਿਆ ਸਾਡੇ ਸੰਵਿਧਾਨ ਦੇ ਵਿੱਚ, ਠੀਕ ਹੈ। ਪਰ ਅਜੇ ਤੱਕ ਕਿਸੇ ਵੀ ਰਾਸ਼ਟਰਪਤੀ ਦੇ ਖਿਲਾਫ ਜਿਹੜਾ ਹੈਗਾ ਇੰਪੀਚਮੈਂਟ ਨਹੀਂ ਕੀਤਾ ਗਿਆ। ਹਟਾਉਣ ਦੀ ਪ੍ਰਕਿਰਿਆ ਬਹੁਤ ਹੀ ਜ਼ਿਆਦਾ ਮੁਸ਼ਕਿਲ ਪ੍ਰਕਿਰਿਆ ਹੁੰਦੀ ਹੈ ਇਹ। ਭਾਰਤ ਦਾ ਰਾਸ਼ਟਰਪਤੀ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਤਹਿਤ ਆਪਾਤਕਾਲੀਨ ਸ਼ਕਤੀਆਂ ਦਾ ਪ੍ਰਯੋਗ ਕਰਦਾ ਹੈ? ਠੀਕ ਹੈ ਨਾ, ਸਾਨੂੰ ਪਤਾ ਵੀ ਭਾਰਤ ਦੇ ਰਾਸ਼ਟਰਪਤੀ ਜਿਹੜੀ ਆਪਾਤਕਾਲੀਨ ਸ਼ਕਤੀਆਂ ਅਸੀਂ ਲਈਆਂ ਨੇਗੀਆਂ ਉਹ ਜਰਮਨੀ ਦੇ ਵਾਈਮਰ ਸੰਵਿਧਾਨ ਤੋਂ ਲਈਆਂ ਨੇ, ਤੇ ਜਿਹੜੀ ਇੱਕ ਵਿੱਤੀ ਆਪਾਤਕਾਲ ਦੀ ਸ਼ਕਤੀ ਹੈ ਉਹ ਅਸੀਂ ਅਮਰੀਕਾ ਦੇ ਸੰਵਿਧਾਨ ਤੋਂ ਉਧਾਰ ਲਈ ਹੈ। ਤੇ ਉਹ ਆਰਟੀਕਲ ਨੰਬਰ 352 ਦੇ ਵਿੱਚ, 352 ਦੇ ਵਿੱਚ ਜਿਹੜਾ ਸਾਡਾ ਰਾਸ਼ਟਰੀ ਆਪਾਤਕਾਲ ਉਹਦਾ ਵਰਣਨ ਕੀਤਾ ਗਿਆ ਹੈ। ਆਰਟੀਕਲ ਨੰਬਰ 356 ਦੇ ਵਿੱਚ ਰਾਸ਼ਟਰਪਤੀ ਸ਼ਾਸਨ ਦਾ ਵਰਣਨ ਕੀਤਾ ਗਿਆ ਹੈ, ਤੇ ਆਰਟੀਕਲ ਨੰਬਰ 360 ਦੇ ਵਿੱਚ ਵਿੱਤੀ ਆਪਾਤਕਾਲ ਦਾ ਵਰਣਨ ਕੀਤਾ ਗਿਆ। ਇਹਦਾ ਮਤਲਬ ਆਨਸਰ ਆ ਜਾਊਗਾ ਜੀ ਸਾਰੇ, ਠੀਕ ਹੈ। ਤਾਂ ਇਹ ਤਿੰਨੇ ਸ਼ਕਤੀਆਂ ਜਿਹੜੀ ਭਾਰਤ ਦੇ ਰਾਸ਼ਟਰਪਤੀ ਨੂੰ ਆਪਾਤਕਾਲੀਨ ਸ਼ਕਤੀਆਂ ਤੌਰ ਤੇ ਮਿਲੀਆਂ ਹੋਈਆਂ ਨੇ। 61 ਨੰਬਰ क्वेश्चन ਦੇਖ ਲੈਂਦੇ ਆ। ਹੇਠ ਲਿਖੇ ਵਿੱਚੋਂ ਕਿਹੜੇ ਪ੍ਰਧਾਨ ਮੰਤਰੀ ਨੇ ਸੰਸਦ ਦਾ ਸਾਹਮਣਾ ਨਹੀਂ ਕੀਤਾ? ਉਹ ਕਿਹੜਾ ਵਿਅਕਤੀ ਹੈ ਜਿਹੜਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਦੇ ਸੰਸਦ ਦੇ ਵਿੱਚ ਨਹੀਂ ਗਿਆ ਸੀ? ਤਾਂ ਬੜੇ ਮਸ਼ਹੂਰ ਨੇ ਜੀ ਚੌਧਰੀ ਚਰਨ ਸਿੰਘ। ਤਾਂ ਆਨਸਰ ਆਊਗਾ ਜੀ ਚੌਧਰੀ ਚਰਨ ਸਿੰਘ। 62 ਨੰਬਰ क्वेश्चन ਦੇਖ ਲੈਂਦੇ ਆ। 2002 ਤੋਂ ਲੈ ਕੇ 2004 ਦੇ ਦੌਰਾਨ ਭਾਰਤ ਦਾ ਉਪ ਪ੍ਰਧਾਨ ਮੰਤਰੀ ਕੌਣ ਸੀ? ਦੇਖੋ ਹੁਣ ਉਪ ਪ੍ਰਧਾਨ ਮੰਤਰੀ ਦਾ क्वेश्चन ਪੁੱਛਿਆ ਗਿਆ, ਤਾਂ ਉਪ ਪ੍ਰਧਾਨ ਮੰਤਰੀ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਉਪ ਪ੍ਰਧਾਨ ਮੰਤਰੀ ਸਾਡੇ ਸੰਵਿਧਾਨ ਦਾ ਇੱਕ ਸੰਵਿਧਾਨਿਕ ਅਹੁਦਾ ਨਹੀਂ ਹੈ, ਪਰ ਮੈਂ ਤੁਹਾਨੂੰ ਦੱਸਿਆ ਸੀ ਵੀ ਜਦੋਂ ਕਦੇ ਪ੍ਰਧਾਨ ਮੰਤਰੀ ਦੀ ਪੋਜੀਸ਼ਨ ਕਮਜ਼ੋਰ ਹੋਵੇ ਜਾਂ ਇੱਕ ਸਰਕਾਰ ਦੇ ਦੋ ਵਿਅਕਤੀ ਜ਼ਿਆਦਾ ਪਾਵਰਫੁਲ ਹੁੰਦੇ ਨੇ ਤਾਂ ਉਸ ਟਾਈਮ ਅਹੁਦਾ ਇਹ ਡਿਕਲੇਅਰ ਜਾਂ ਉਸ ਟਾਈਮ ਅਹੁਦਾ ਇਹ ਬਣਾਇਆ ਜਾਂਦਾ ਹੈ। ਤਾਂ ਲਾਸਟ ਵਾਰੀ ਬਣਿਆ ਸੀ ਇਹ 2002 ਤੋਂ ਲੈ ਕੇ 2004 ਦੇ। ਇਸ ਤੋਂ ਬਾਅਦ 2004 ਤੋਂ ਬਾਅਦ ਕਦੇ ਵੀ ਭਾਰਤ ਦੇ ਵਿੱਚ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਜਿਹੜਾ ਨਹੀਂ ਡਿਕਲੇਅਰ ਕੀਤਾ ਗਿਆ ਹੈਗਾ। ਪਹਿਲੇ ਸੀਗੇ ਸਾਡੇ ਵੱਲਭ ਭਾਈ ਪਟੇਲ ਸਾਹਿਬ ਤੇ ਲਾਸਟ ਸੀਗੇ LK ਅਡਵਾਨੀ, ਲਾਲ ਕ੍ਰਿਸ਼ਨ ਅਡਵਾਨੀ। ਪੰਜਾਬ ਦਾ ਗਵਰਨਰ ਤਾਂ 2016 ਚ ਪੁੱਛਿਆ ਗਿਆ ਸੀ, ਤਾਂ ਉਹਦੇ ਅਕੋਰਡਿੰਗ ਆਨਸਰ ਬਣਦਾ ਸੀ ਕਪਤਾਨ ਸਿੰਘ ਸੋਲੰਕੀ। ਪਰ ਜੇ ਹੁਣ ਪੁੱਛਿਆ ਜਾਂਦਾ ਤਾਂ ਫਿਰ ਹੁਣ ਕੌਣ ਹੈ ਜੀ? ਬਨਵਾਰੀ ਲਾਲ ਪੁਰੋਹਿਤ। ਜਦੋਂ ਵੀ ਮੌਕੇ ਤੇ ਪੁੱਛਿਆ ਜਾਊਗਾ, ਜਦੋਂ ਤੁਸੀਂ ਪੇਪਰ ਦੇ ਰਹੇ ਹੋ, ਤਾਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਐਡਵਾਂਸ ਦੇ ਵਿੱਚ ਪਤਾ ਹੋਣਾ ਚਾਹੀਦਾ ਹੈਗਾ। 64 ਨੰਬਰ क्वेश्चन ਦੇਖ ਲੈਂਦੇ। ਪੰਜਾਬ ਵਿੱਚ ਜਿਹੜੇ ਲੋਕ ਸਭਾ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਹੈ ਟੋਟਲ? ਤਾਂ ਤੁਹਾਨੂੰ ਪਤਾ ਵੀ ਪੰਜਾਬ ਚੋਂ ਮੈਂਬਰ ਜਿਹੜੇ ਚੁਣੇ ਜਾਂਦੇ ਨੇ ਉਹ 13 ਚੁਣੇ ਜਾਂਦੇ ਨੇ। ਸਭ ਤੋਂ ਜ਼ਿਆਦਾ ਕਿੱਥੇ ਚੁਣੇ ਜਾਂਦੇ ਨੇ? ਸਭ ਤੋਂ ਜ਼ਿਆਦਾ ਚੁਣੇ ਜਾਂਦੇ ਨੇ ਉੱਤਰ ਪ੍ਰਦੇਸ਼ ਦੇ ਵਿੱਚ 80 ਮੈਂਬਰ। ਤੁਹਾਨੂੰ ਆਸੇ-ਪਾਸੇ ਦੀ ਸਟੇਟਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਵੀ ਕਿੰਨੇ ਕਿੰਨੇ ਮੈਂਬਰ ਉੱਥੋਂ ਚੁਣੇ ਜਾਂਦੇ ਨੇ। 65 ਨੰਬਰ क्वेश्चन, ਪੰਜਾਬ ਵਿੱਚ ਕਿਹੜਾ ਸਦਨ ਮੌਜੂਦ ਨਹੀਂ ਹੈ? ਤਾਂ ਦੇਖੋ ਪੰਜਾਬ 'ਚ ਵਿਧਾਨ ਸਭਾ ਤਾਂ ਹੈਗੀ ਹੈ, ਤਾਂ ਹੈਗੀ ਬਿਲਕੁਲ ਬਈ, ਠੀਕ ਹੈ। ਰਾਜ ਸਭਾ ਤਾਂ ਹੈ ਨਹੀਂ ਇੱਥੇ, ਹੈ ਨਾ। ਵਿਧਾਨ ਪ੍ਰੀਸ਼ਦ ਵੀ ਨਹੀਂ ਹੈਗੀ, ਜ਼ਿਲ੍ਹਾ ਪ੍ਰੀਸ਼ਦ ਤਾਂ ਚਲੋ ਹੈਗੀ ਹੈ ਨਾ। ਤਾਂ ਦੇਖੋ ਦੋ ਆਨਸਰ ਬਣਦੇ ਸੀ ਇਹਦੇ, ਰਾਜ ਸਭਾ ਤੇ ਵਿਧਾਨ ਸਭਾ, ਇਸ ਕਰਕੇ ਆਨਸਰ ਇਹਦਾ ਮਿਲ ਗਿਆ ਤੁਹਾਨੂੰ ਗ੍ਰੇਸ ਨੰਬਰ। ਇਹ ਕੋਰਟ 'ਚ ਚਲਿਆ ਗਿਆ ਸੀ ਮਸਲਾ ਇਹ। 66 ਨੰਬਰ, ਭਾਰਤ ਵਿੱਚ ਕਿੰਨੇ ਰਾਜ ਹਨ? ਤੇ ਉਹ 2016 ਦਾ ਕੁਐਸਚਨ ਹੈ ਬਈ, ਤਾਂ 29 ਰਾਜ ਸੀ ਉਸ ਟਾਈਮ। ਜੇ ਹੁਣ ਪੁੱਛੂਗਾ ਤਾਂ ਹੁਣ ਕਿੰਨੇ ਨੇ ਸਾਡੇ? ਹੁਣ ਸਾਡੇ 28 ਰਾਜ ਨੇ। ਤੇ ਕਿੰਨੇ ਯੂਟੀਜ਼ ਨੇ ਸਾਡੇ? ਯੂਟੀ ਹੈਗੇ ਨੇ ਸਾਡੇ 8 ਜੀ। ਯੂਨੀਅਨ ਟੈਰੀਟਰੀ, ਕੇਂਦਰ ਸ਼ਾਸਿਤ ਪ੍ਰਦੇਸ਼ 8 ਨੇ। 67 ਨੰਬਰ क्वेश्चन ਦੇਖ ਲੈਂਦੇ ਆ। ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਭਾਗ ਨੰਬਰ 2 ਹੈ,
ਆਰਟੀਕਲ ਨੰਬਰ 5 ਤੋਂ ਲੈ ਕੇ 11 ਹੈਗਾ, ਇਹਦੇ ਵਿੱਚ ਕੀ ਵਰਣਨ ਕੀਤਾ ਗਿਆ? ਤਾਂ ਤੁਹਾਨੂੰ ਪਤਾ ਵੀ 5 ਤੋਂ ਲੈ ਕੇ 11 ਆਰਟੀਕਲ ਤੇ ਸਾਡੇ ਸੰਵਿਧਾਨ ਦਾ ਭਾਗ ਨੰਬਰ 2 ਜਿਹੜਾ ਹੈਗਾ ਉਹਦੇ ਵਿੱਚ ਵਰਣਨ ਕੀਤਾ ਗਿਆ ਹੈ ਸਾਡੀ ਨਾਗਰਿਕਤਾ ਦਾ, ਸਿਟੀਜ਼ਨਸ਼ਿਪ ਦਾ, ਵੀ ਕਿਹੜੇ ਆਧਾਰ ਤੇ ਸਾਨੂੰ ਸਿਟੀਜ਼ਨਸ਼ਿਪ ਮਿਲਦੀ ਹੈ, ਕਿਸ ਆਧਾਰ ਤੇ ਸਾਡੀ ਸਿਟੀਜ਼ਨਸ਼ਿਪ ਨੂੰ ਖਤਮ ਕੀਤਾ ਜਾ ਸਕਦਾ ਹੈਗਾ, ਜਾਂ ਕੋਈ ਵਿਅਕਤੀ ਭਾਰਤ ਦੀ ਨਾਗਰਿਕਤਾ ਨੂੰ ਕਿਵੇਂ ਲੈ ਸਕਦਾ ਹੈਗਾ, ਇਹਦੇ ਬਾਰੇ ਗੱਲ ਕੀਤੀ ਗਈ ਹੈ। 68 ਨੰਬਰ ਕੁਐਸਚਨ ਦੇਖ ਲੈਂਦੇ ਆ। 2003 ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਕਿਹੜੀ ਸ਼ਰਤ ਲਿਆਂਦੀ ਗਈ ਸੀ? 2003 ਦੀ ਗੱਲ ਕਰਦਾ ਹੈ, ਠੀਕ ਹੈ, ਤਾਂ ਕਿਹੜੀ ਲਿਆਂਦੀ ਗਈ ਸੀ? ਕੁਐਸਚਨ ਦੁਬਾਰਾ ਰਿਪੀਟ ਹੋਇਆ ਹੈ, ਤਾਂ ਇੱਥੇ ਇੰਗਲਿਸ਼ ਵਾਲਾ ਪਤਾ ਲੱਗੂ, ਪਰਸਨ ਆਫ ਇੰਡੀਅਨ ਓਰੀਜਨ, NRI, ਠੀਕ ਹੈ, ਤੇ ਓਵਰਸੀਜ਼ ਸਿਟੀਜ਼ਨਸ਼ਿਪ ਇੰਡੀਆ। ਤਾਂ ਇਹਦਾ ਆਨਸਰ ਆਊਗਾ ਜੀ B, ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ, ਜਿਹਨੂੰ ਬਾਅਦ ਦੇ ਵਿੱਚ 2015 ਦੇ ਵਿੱਚ PIO ਤੇ OCI ਕਾਰਡ ਨੂੰ 2015 ਵਿੱਚ ਕੀ ਕੀਤਾ ਗਿਆ ਸੀਗਾ, ਆਪਸ ਦੇ ਵਿੱਚ ਮਰਜ ਕਰ ਦਿੱਤਾ ਗਿਆ ਸੀਗਾ। 69 ਨੰਬਰ ਕੁਐਸਚਨ ਦੇਖ ਲੈਂਦੇ ਆ। ਅਸਹਿਯੋਗ ਅੰਦੋਲਨ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਨੀ ਹੈ ਅਸੀਂ, ਠੀਕ ਹੈ। ਨੌਨ ਲੀਗਲ ਮੂਵਮੈਂਟ ਜਿਹੜੀ ਸੀਗੀ 1945 ਤੋਂ ਬਾਅਦ ਜਿਹੜਾ ਸੰਸਾਰ ਸੀ ਉਹ ਦੋ ਭਾਗਾਂ 'ਚ ਵੰਡਿਆ ਗਿਆ ਸੀਗਾ, ਸ਼ੀਤ ਯੁੱਧ ਦੇ ਨਾਮ ਨਾਲ ਵੀ ਅਸੀਂ ਜਾਣਦੇ ਉਸ ਨੂੰ। ਤਾਂ ਇੱਕ ਅਮਰੀਕਾ ਜਿਹੜਾ ਸੀਗਾ ਉਹ ਪੂੰਜੀਵਾਦੀ ਗੁੱਟ ਦੀ ਅਗਵਾਈ ਕਰ ਰਿਹਾ ਸੀ, ਰੂਸ ਜਿਹੜਾ ਸੀਗਾ ਉਹ ਸਮਾਜਵਾਦੀ ਗੁੱਟ ਦੀ ਅਗਵਾਈ ਕਰ ਰਿਹਾ ਸੀਗਾ। ਪਰ ਭਾਰਤ ਵਰਗੇ ਜਿਹੜੇ ਬਹੁਤ ਸਾਰੇ ਦੇਸ਼ ਸੀਗੇ ਉਹਨਾਂ ਨੇ ਇਹਨਾਂ ਗੁੱਟਾਂ ਤੋਂ ਦੂਰ ਰਹਿਣ ਦੀ ਪਲੈਨਿੰਗ ਬਣਾਈ, ਤਾਂ ਉਹਨਾਂ ਨੇ ਇੱਕ ਆਪਣਾ ਇੱਕ ਅਲੱਗ ਤੋਂ ਸੰਗਠਨ ਬਣਾਇਆ ਸੀ ਜਿਹਦਾ ਨਾਮ ਸੀ ਨੌਨ ਲੀਗਲ ਮੂਵਮੈਂਟ ਗੁੱਟ ਨਿਰਲੇਪਤਾ ਦਾ ਅੰਦੋਲਨ, ਠੀਕ ਹੈ। ਤੇ ਉਹਦਾ ਜਿਹੜਾ ਪਹਿਲਾ ਸੰਮੇਲਨ ਹੋਇਆ ਸੀ ਉਹ 1961 ਦੇ ਵਿੱਚ ਬੈਲਗ੍ਰੇਡ ਦੇ ਵਿੱਚ ਹੋਇਆ ਸੀਗਾ। ਤਾਂ ਇਹਦੇ ਵਿੱਚ ਕਿਹੜੇ ਕਿਹੜੇ ਵਿਅਕਤੀਆਂ ਨੇ ਭੂਮਿਕਾ ਨਿਭਾਈ ਸੀ? ਜੋਸਫ ਟੀਟੋ ਵੀ ਸੀਗੇ, ਯੂਗੋਸਲਾਵੀਆ ਦੇ ਸੀਗੇ, ਅਬਦੁਲ ਨਾਸਿਰ ਵੀ ਸੀਗੇ, ਇਹ ਮਿਸਰ ਦੇ ਸੀਗੇ, ਜਵਾਹਰ ਲਾਲ ਨਹਿਰੂ ਵੀ ਸੀਗੇ। ਤਾਂ ਆਨਸਰ ਆ ਜਾਊਗਾ ਜੀ ਸਾਰੇ। 70 ਨੰਬਰ ਕੁਐਸਚਨ ਦੇਖ ਲੈਂਦੇ ਆ। ਪੰਚਸ਼ੀਲ ਦਾ ਸਿਧਾਂਤ ਜਿਹੜਾ ਇਹ ਵਿਚਾਰ ਕਿੱਥੋਂ ਉਤਪੰਨ ਹੋਇਆ ਸੀ? ਤਾਂ ਪੰਚਸ਼ੀਲ ਦਾ ਸਿਧਾਂਤ ਹੋਇਆ ਸੀ ਇਹ ਭਾਰਤ ਤੋਂ ਹੀ ਹੋਇਆਗਾ, ਠੀਕ ਹੈ। ਪੰਚਸ਼ੀਲ ਦਾ ਮਤਲਬ ਇਹ ਲਿਆ ਗਿਆ ਜੀ ਸਾਡੇ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਇੱਕ ਪੰਜ ਸਿਧਾਂਤ, ਠੀਕ ਹੈ, ਤੇ ਬੁੱਧ ਤੋਂ ਵੀ ਕਿਤੇ ਨਾ ਕਿਤੇ ਪ੍ਰੇਰਿਤ ਸੀਗਾ ਇਹ। ਤਾਂ ਆਨਸਰ ਆਊਗਾ ਜੀ ਭਾਰਤ ਤੋਂ। 71 ਨੰਬਰ ਕੁਐਸਚਨ ਦੇਖ ਲੈਂਦੇ ਆ। ਪੰਚਸ਼ੀਲ ਦੇ ਆਧਾਰ ਤੇ ਜਵਾਹਰ ਲਾਲ ਨਹਿਰੂ ਨੇ 1954 ਦੇ ਵਿੱਚ ਕਿਸ ਦੇ ਨਾਲ ਸੰਧੀ ਹਸਤਾਖਰ ਕੀਤੀ ਸੀ? ਜਾਂ ਇਹ ਕਹਿ ਸਕਦੇ ਹਾਂ ਵੀ ਅਸੀਂ ਜਿਹੜਾ ਪੰਚਸ਼ੀਲ ਦਾ ਸਮਝੌਤਾ ਹੋਇਆ ਸੀ ਉਹ ਕਿਹਦੇ ਵਿਚਕਾਰ ਹੋਇਆ ਸੀਗਾ? ਸਾਨੂੰ ਪਤਾ ਜੀ ਉਹ ਭਾਰਤ ਤੇ ਚੀਨ ਦੇ ਵਿਚਕਾਰ ਹੋਇਆ ਸੀ, ਪਰ ਪ੍ਰਧਾਨ ਮੰਤਰੀ ਭਾਰਤ ਵੱਲੋਂ ਸੀਗੇ ਜਵਾਹਰ ਲਾਲ ਨਹਿਰੂ ਤੇ ਚੀਨ ਵੱਲੋਂ ਸੀਗੇ ਚਾਓ ਐਨ ਲਾਈ। ਤਾਂ ਇਹਦਾ ਆਨਸਰ ਜੀ 71 ਦਾ ਸੀ ਆਨਸਰ। 72 ਦੀ ਗੱਲ ਕਰ ਲੈਂਦੇ ਆਪਾਂ। ਅਸਹਿਯੋਗ ਲਹਿਰ ਕਾਇਮ ਹੋਈ ਸੀ, ਠੀਕ ਹੈ। ਨੌਨ ਲੀਗਲ ਜਿਹੜੀ ਮੂਵਮੈਂਟ ਲਹਿਰ ਬਣੀ ਸੀ, ਕਾਹਦੇ ਵਾਸਤੇ ਬਣੀ ਸੀ? ਇਹਦਾ ਮੇਨ ਮਕਸਦ ਕੀ ਸੀਗਾ? ਤਾਂ ਸ਼ਾਂਤ ਆਪਸੀ ਹੋਣ ਦੇ ਲਈ, ਠੀਕ ਹੈ। ਹਾਂ ਬਾਈ ਬਿਲਕੁਲ ਹੈ, ਠੀਕ ਹੈ, ਵੀ ਅਸੀਂ ਸ਼ਾਂਤੀ ਬਣਾਈ ਰੱਖਣਾ ਆਪਸ ਦੇ ਵਿੱਚ, ਹਨਾ। ਨਿਸ਼ਸਤਰੀਕਰਨ ਦੇ ਲਈ, ਡਿਸਰਮਾਮੈਂਟ ਲਈ, ਹਨਾ। ਹਾਂ ਜਿਹੜੀ ਨਿਸ਼ਸਤਰੀਕਰਨ ਹਥਿਆਰਾਂ ਦੀ ਜਿਹੜੀ ਦੌੜ ਹੈਗੀ ਉਹਨੂੰ ਘਟਾਉਣ ਦੇ ਲਈ ਹੋਈ ਸੀਗੀ। ਗੈਰ ਬਸਤੀਵਾਦ, ਹਾਂ ਗੈਰ ਬਸਤੀਵਾਦ ਮਤਲਬ ਜਿਹੜੀਆਂ ਕਲੋਨੀਆਂ ਬਣੀਆਂ ਹੋਈਆਂ ਸੀਗੀਆਂ, ਜੇ ਭਾਰਤ ਵੀ ਇੱਕ ਅੰਗਰੇਜ਼ਾਂ ਦੀ ਕਲੋਨੀ ਰਿਹਾ ਹੈ ਤਾਂ ਉਹਨੂੰ ਖਤਮ ਕਰਨ ਦੇ ਲਈ ਬਣਾਇਆ ਸੀ ਨਾ। ਤਾਂ ਇਹਦਾ ਆਨਸਰ ਆਊਗਾ ਜੀ ਤਿੰਨੇ, ਮਤਲਬ ਇਹ ਸਾਰਾ ਕੁਛ ਵੀ ਅਸੀਂ ਹਥਿਆਰਾਂ ਦੀ ਦੌੜ ਨੂੰ ਖਤਮ ਕਰਨਾ ਹੈ, ਹਥਿਆਰਾਂ ਨੂੰ ਖਤਮ ਕਰਨਾ ਹੈ ਨਾ, ਜਿਹੜੇ ਪਰਮਾਣੂ ਹਥਿਆਰ ਵਗੈਰਾ ਕਾਫੀ ਖਤਰਨਾਕ ਹਥਿਆਰ ਬਣ ਚੁੱਕੇ ਉਹਨਾਂ ਨੂੰ ਖਤਮ ਕਰਨਾ ਸੀ ਨਾ, ਤੇ ਸ਼ਾਂਤਮਈ ਹੋਣ ਦੇ ਲਈ ਜਾਂ ਫਿਰ ਗੈਰ ਬਸਤੀਵਾਦ ਦੇ ਖਾਤਮੇ ਲਈ। 73 ਕੁਐਸਚਨ ਨੰਬਰ ਦੇਖ ਲੈਂਦੇ ਆ। ਨਾਗਰਿਕਤਾ ਤੋਂ ਕੀ ਭਾਵ ਹੈ? ਜਿਹੜੀ ਸਾਨੂੰ ਸਿਟੀਜ਼ਨਸ਼ਿਪ ਹੈ ਉਹਦਾ ਮਤਲਬ ਕੀ ਹੁੰਦਾ ਹੈ? ਸਮਾਜ ਦੀ ਮੈਂਬਰਸ਼ਿਪ ਦੀ ਸਮਾਜਿਕ ਸਨਾਤ ਨਹੀਂ, ਮਤਲਬ ਕਿਸੇ ਵਿਅਕਤੀ ਦੀ ਸਮਾਜਿਕ ਸਨਾਖਤ ਨੂੰ ਅਸੀਂ ਉਹਦੀ ਸਿਟੀਜ਼ਨਸ਼ਿਪ ਨਹੀਂ ਮੰਨ ਸਕਦੇ ਹੈਗੇ, ਠੀਕ ਹੈ। ਕਿਉਂਕਿ ਸਮਾਜ ਤੋਂ ਭਾਵ ਹੁਣ ਦੇਖੋ, ਸਮਾਜ ਤਾਂ ਜਿਵੇਂ ਹੁਣ ਪੰਜਾਬੀ ਸਮਾਜ ਦੀ ਗੱਲ ਕਰ ਲਈ ਆਪਾਂ, ਤਾਂ ਪੰਜਾਬੀ ਸਮਾਜ ਤਾਂ ਭਾਰਤ ਦਾ ਵੀ ਹੈ ਤੇ ਪੰਜਾਬ ਦਾ ਵੀ ਹੈ। ਤਾਂ ਪੰਜਾਬੀ ਸਮਾਜ ਤਾਂ ਕਾਮਨ ਹੈਗਾ ਸਾਰਿਆਂ ਦਾ, ਹਨਾ। ਤਾਂ ਸਮਾਜ ਦੇ ਆਧਾਰ ਤੇ ਕਿਸੇ ਵਿਅਕਤੀ ਦੀ ਨਾਗਰਿਕਤਾ ਨੂੰ ਅਸੀਂ ਨਹੀਂ ਮੰਨ ਸਕਦੇਗੇ। ਵਿਅਕਤੀ ਦੀ ਕਾਨੂੰਨੀ ਨਾਗਰਿਕ ਦੇ ਤੌਰ ਤੇ ਕਾਨੂੰਨੀ ਸ਼ਨਾਖਤ, ਹਾਂ ਇਹ ਬਿਲਕੁਲ ਸਹੀ ਹੈ। ਰਾਜ ਦੀ ਮੈਂਬਰਸ਼ਿਪ, ਹਾਂ ਇਹ ਵੀ ਬਿਲਕੁਲ ਸਹੀ ਹੈ। ਤਾਂ ਇਹਦਾ ਆਨਸਰ ਆ ਜਾਊਗਾ ਜੀ ਡੀ ਆਨਸਰ, B ਅਤੇ C ਦੋਨੋਂ ਸਹੀ ਨੇਗੇ। 74 ਨੰਬਰ ਕੁਐਸਚਨ ਦੇਖ ਲੈਂਦੇ ਆ। ਰਾਜ ਸਭਾ ਦਾ ਪ੍ਰਧਾਨ ਕੌਣ ਹੈ? ਪ੍ਰਧਾਨ ਮਤਲਬ ਚੇਅਰਮੈਨ ਕੌਣ ਹੈ ਜਾਂ ਸਭਾਪਤੀ ਕੌਣ ਹੈ, ਠੀਕ ਹੈ। ਤਾਂ ਜਦੋਂ ਹੁਣ ਪੰਜਾਬੀ ਦੇ ਵਿੱਚ ਕਨਵਰਟ ਕਰਦੇ ਹਾਂ ਤਾਂ ਫਿਰ ਇਹ ਪੰਜਾਬੀ ਨੂੰ ਕੁਝ ਹੋਰ ਹੀ ਬਣਾ ਦਿੰਦੇ ਨੇ, ਹਨਾ। ਤਾਂ ਪੰਜਾਬ ਦਾ ਪ੍ਰਧਾਨ ਰਾਜ ਸਭਾ ਦਾ ਪ੍ਰਧਾਨ ਕੌਣ ਹੈ? ਤਾਂ ਤੁਹਾਨੂੰ ਪਤਾ ਵੀ ਆਰਟੀਕਲ ਨੰਬਰ ਜਿਹੜਾ 64 ਹੈ ਸਾਡਾ, ਉਹਦੇ ਤਹਿਤ ਜਿਹੜਾ ਭਾਰਤ ਦਾ ਉਪ ਰਾਸ਼ਟਰਪਤੀ ਹੋਵੇਗਾ ਉਹੀ ਕੀ ਹੋਵੇਗਾ? ਉਹ ਭਾਰਤ ਦਾ ਜਿਹੜਾ ਰਾਜ ਸਭਾ ਦਾ ਕੀ ਹੋਵੇਗਾ? ਸਭਾਪਤੀ ਜਾਂ ਫਿਰ ਚੇਅਰਮੈਨ ਹੋਵੇਗਾ। ਤਾਂ ਇਹਦਾ ਆਨਸਰ ਆ ਜਾਊਗਾ ਜੀ ਇਹ ਆਨਸਰ, ਠੀਕ ਹੈ। ਤੇ 75 ਨੰਬਰ ਕੁਐਸਚਨ, ਲਾਸਟ ਕੁਐਸਚਨ ਅੱਜ ਦੀ ਕਲਾਸ ਦਾ ਇਹ। ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਦਾ ਨਾਮ ਦੱਸਣਾ ਹੈ। ਤਾਂ ਪਹਿਲੇ ਉਪ ਰਾਸ਼ਟਰਪਤੀ ਤੁਹਾਨੂੰ ਪਤਾ ਜੀ ਕੌਣ ਸੀਗੇ? S ਰਾਧਾ ਕ੍ਰਿਸ਼ਨ ਸੀਗੇ। ਤਾਂ ਆਨਸਰ ਸਿੰਪਲ ਹੈ, 75 ਦਾ C ਆਨਸਰ ਆਊਗਾ। ਤਾਂ ਤੁਹਾਨੂੰ ਪਤਾ ਹੈ ਸਾਰੇ ਇਹ ਉਪ ਰਾਸ਼ਟਰਪਤੀ ਬਾਰੇ। ਤਾਂ ਇੱਥੇ ਅਸੀਂ ਇਹ ਆਈਡੀਆ ਲਾ ਸਕਦੇ ਹਾਂ ਵੀ ਕਿਹੜੇ ਚੈਪਟਰ ਦੇ ਵਿੱਚੋਂ ਜ਼ਿਆਦਾ ਕੁਐਸਚਨ ਪੁੱਛੇ ਜਾ ਰਹੇ ਨੇ ਵਾਰ-ਵਾਰ। ਹੁਣ ਜਦੋਂ ਤੁਸੀਂ ਕੰਪੇਅਰ ਕਰੋਗੇ, ਮਾਸਟਰ ਕੇਡਰ ਦੀਆਂ ਤਿੰਨੇ ਭਰਤੀਆਂ ਦੇ ਪੇਪਰ ਤੁਹਾਨੂੰ ਕਰਵਾ ਚੁੱਕੇ ਹੈਗਾ ਇਹਦੇ ਵਿੱਚ। ਤਾਂ 2021 ਵਾਲੀ ਭਰਤੀ ਦਾ ਵੀ ਹੋ ਚੁੱਕਿਆ ਹੈਗਾ, 2017 ਜਿਹੜੀ ਭਰਤੀ ਹੋਈ ਸੀ ਉਹਦਾ ਪੇਪਰ ਵੀ ਹੋ ਚੁੱਕਿਆ ਹੈਗਾ, ਤੇ ਜਿਹੜਾ ਅੱਜ ਸਾਡਾ ਅਸੀਂ 60 ਦੀ ਭਰਤੀ ਦਾ ਪੇਪਰ ਕਰ ਲਿਆ। ਇੱਕ ਅਗਲੀ ਕਲਾਸ 'ਚ ਆਪਾਂ ਲੈਕਚਰਰ ਦਾ ਪੇਪਰ ਹੋਊਗਾ, ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਠੀਕ ਹੈ। ਤਾਂ ਕਾਫੀ ਸਾਰੇ ਕੁਐਸਚਨ ਜਿਹੜੇ ਲੈਕਚਰਰ ਦੀ ਭਰਤੀ ਦੇ ਵਿੱਚੋਂ ਵੀ ਲਏ ਗਏ ਨੇਗੇ। ਤਾਂ ਸਾਨੂੰ ਇੱਕ ਆਈਡੀਆ ਲੱਗ ਜਾਂਦਾ ਹੈ ਵੀ ਕਿਸ ਲੈਵਲ ਦੇ ਉੱਪਰ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ, ਜਾਂ ਪੇਪਰ ਦਾ ਪੈਟਰਨ ਕੀ ਰਿਹਾ ਪੁੱਛਣ ਦਾ। ਹੁਣ ਕੋਈ ਵੀ ਐਗਜ਼ਾਮੀਨਰ ਜਿਹੜਾ
ਤਾਂ ਉਹ ਪੁਰਾਣੇ ਪੇਪਰ ਨੂੰ ਜ਼ਰੂਰ ਐਨਲਾਈਜ਼ ਕਰਦਾ ਹੈ ਵੀ ਕਿਸ ਲੈਵਲ ਦੇ ਕੁਐਸਚਨ ਪੁੱਛੇ ਗਏ ਸੀਗੇ, ਠੀਕ ਹੈ। ਤਾਂ ਉਸ ਆਧਾਰ ਤੇ ਉਹ ਪੇਪਰ ਅੱਗੇ ਬਣਾਉਂਦਾ ਹੈ, ਉਹਨੂੰ ਫਾਰਮ ਕਰਦਾ ਹੈ ਪੇਪਰ ਨੂੰ ਅੱਗੇ, ਠੀਕ ਹੈ। ਤੇ ਆਈ ਹੋਪ ਕਿ ਤੁਹਾਨੂੰ ਅੱਜ ਦੀ ਕਲਾਸ ਪਸੰਦ ਆਈ ਹੋਊਗੀ। ਜੇ ਤੁਹਾਨੂੰ ਅੱਜ ਦੀ ਕਲਾਸ ਪਸੰਦ ਆਉਂਦੀ ਹੈ ਤਾਂ ਪਲੀਜ਼ ਅੱਜ ਦੀ ਕਲਾਸ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਠੀਕ ਹੈ। ਤੇ ਆਪਣੇ ਸਾਥੀ ਮਿੱਤਰ ਤੱਕ ਵੀ ਇਹਨੂੰ ਸ਼ੇਅਰ ਕਰਿਓ ਜ਼ਰੂਰ, ਠੀਕ ਹੈ। ਤੇ ਮਿਲਦੇ ਹਾਂ ਫਿਰ ਆਪਾਂ ਨਵੀਂ ਕਲਾਸ ਦੇ ਲਈ। ਤਦ ਤੱਕ ਲਈ ਬਾਏ, ਥੈਂਕ ਯੂ।